बहुत धन्नवाद दोस्तां मित्रां दे नाल के ग्रुप बनाया। ग्रुप ऐसा बनया भी 2-3 सालों तो हुण असीं ये फुल्लां दी खेती कर रहे हैं जी। कणक झोने दी फसल तो ये तो निकल के भी अलग जा कुछ करन दी सीगी तमन्ना। सारे दोस्तां ने एक ग्रुप बनया, बैठ के मीटिंग हुई। मीटिंग तो बाद फिर ये डिसीजन लिया ਇਹਦੀ ਵੀ मतलब कणक वांगू 6 महीने तक ये मतलब ਚੱਲਦਾ। ਇਹਦੀ ਮਿਹਨਤ ਬਹੁਤ ਹੈਗੀ ਆ। 6 ਮਹੀਨੇ ਲਗਾਤਾਰ ਮਿਹਨਤ ਕਰਕੇ ਫਿਰ ਤੁਸੀਂ ਹੁਣ ਦੇਖ ਹੀ ਰਹੇ ਹੋ ਵੀ ਇਹਦੇ ਰੰਗ ਕਿਸ ਤਰ੍ਹਾਂ ਮਤਲਬ ਹੈਗੇ ਆ। ਤੁਸੀਂ ਇਹ ਯਕੀਨ ਮੰਨਿਓ ਵੀ 1 ਘੰਟੇ ਦੇ ਵਿੱਚ ਇਹ ਖਾਲੀਆਂ ਪੂਰੀਆਂ ਹੋ ਜਾਂਦੀਆਂ। ਅੱਛਾ। ਪਾਣੀ ਦੀ ਬਹੁਤ ਬਚਤ ਹੈ ਇਹਦੇ ਵਿੱਚ। ਪਾਣੀ ਦੀ ਤੁਸੀਂ ਦੇਖ ਲਓ ਵੀ ਕਿੱਥੇ 6 ਘੰਟੇ ਤੇ ਕਿੱਥੇ 1 ਘੰਟੇ ਦੇ ਵਿੱਚ 1 ਕਿੱਲਾ ਭਰ ਜਾਣਾ ਜੀ। ਅਮਰੀਕਾ ਦੀ ਹੈ ਜੀ ਇਹ। ਇਹਦਾ ਵੀ ਉਸੇ ਤਰ੍ਹਾਂ ਸ਼ੀਟ ਤਿਆਰ ਹੋਣਾ ਜੀ। ਇਹ ਫਿਰ ਕਿੱਲੇ ਦੇ ਵਿੱਚ ਇਹਦੀ ਬਿਜਾਈ ਇਹਦੀ ਪਨੀਰੀ ਲੱਗਦੀ ਹੈ ਜਾਂ ਬੀਜ ਬੀਜਦੇ ਹੋ? ਇਹਦੀ ਪਨੀਰੀ ਹੈ ਜੀ। ਅੱਛਾ। ਦੇਖੋ ਜੀ, ਇੱਕ ਤਾਂ ਪਹਿਲੀ ਗੱਲ ਇਹ ਆ ਵੀ ਇੱਥੇ ਆ ਕੇ ਸੰਤੁਸ਼ਟੀ ਹੁੰਦੀ ਹੈ ਜੀ। ਮਿਹਨਤ ਤੁਹਾਨੂੰ ਹਰੇਕ ਫਸਲ ਤੇ ਕਰਨੀ ਪੈਣੀ ਆ। ਉਹ ਚਾਹੇ ਕਣਕ ਹੋਵੇ ਜੀ, ਚਾਹੇ ਇੱਕ ਕੈਰੀ ਗੰਢਿਆਂ ਦੀ ਬੀਜੀ ਹੋਵੇ ਜੀ, ਉਹ 'ਚ ਵੀ ਮਿਹਨਤ ਤਾਂ ਕਰਨੀ ਕੋਈ ਪੈਣੀ ਆ। ਜੇ ਮਿਹਨਤ ਨਹੀਂ ਕਰਦੇ ਤਾਂ ਤੁਸੀਂ ਕਿਸੇ ਵੀ ਏਰੀਏ 'ਚ ਕਾਮਯਾਬ ਨਹੀਂ ਜੀ। ਪਰ ਇਹਦੇ 'ਚ ਮਿਹਨਤ ਕੀਤੀ ਵੀ ਰਾਸ ਆਉਂਦੀ ਹੈ ਜੀ। ਇਹਨੂੰ ਨਮੇਸ਼ੀਆ ਕਹਿੰਦੇ ਜੀ। ਅੱਛਾ ਜੀ। ਨਮੇਸ਼ੀਆ ਇਸ ਤਰ੍ਹਾਂ ਹੈਗਾ ਵੀ ਇਹਨੂੰ ਕੁਆਂਟਲ ਇਹ ਨਿਕਲੇ ਹੁੰਦਾ ਕਿੱਲੇ ਦਾ ਜੀ। ਤੇ ਰੇਟ ਇਹਦਾ 1350 ਰੁਪਏ ਕਿਲੋ ਦਾ ਜੀ। ਅੱਛਾ। ਇਹ ਤਾਂ ਫਿਰ ਸਿੱਧੋ ਸਿੱਧ ਲਗਭਗ 1,30,35,000 1,30,35,000 ਰੁਪਏ ਦਾ ਨਿਕਲੇ ਹੁੰਦਾ 6 ਮਹੀਨੇ ਦੇ ਵਿੱਚ। ਹਾਂਜੀ। ਕੀ ਹੈ ਜੀ, ਪਰ ਜਿਹੜੇ ਇਹਦੇ ਵਿੱਚੋਂ ਰੰਗ ਨਿਕਲੇ ਆ ਇਹ ਕੁਦਰਤ ਦਾ ਕ੍ਰਿਸ਼ਮਾ ਜੀ। ਤੁਸੀਂ ਦੇਖ ਸਕਦੇ ਹੋ ਇੱਕ ਪੌਦੇ ਦੇ ਵਿੱਚੋਂ ਕਿੰਨੇ ਤਰ੍ਹਾਂ ਦੇ ਕਿੰਨੀਆਂ ਵੈਰਾਈਟੀਆਂ ਦੇ ਵਿੱਚੋਂ ਨਿਕਲੀਆਂ। ਦੇਖੋ ਫੁੱਲਾਂ ਦੇ ਦੇਖੋ ਰੰਗ ਦੇਖੋ ਕਿੰਨੇ ਆ। ਹੁਣ ਦਿੱਲੀ ਦੇ ਵਿੱਚ ਬੈਠੇ ਕਿਸਾਨ ਵਿਚਾਰੇ ਕਦੋਂ ਤੋਂ ਬੈਠੇ ਆ, 3-4 ਮਹੀਨੇ ਹੋ ਗਏ। ਬੜਾ ਉਹਨਾਂ ਤੇ ਅਸੀਂ ਵੀ ਇੱਕ ਕਿਸਾਨ ਹੀ ਆ ਜੀ। ਦੇਖੋ ਕਿਸਾਨ ਤੁਸੀਂ ਇਹ ਸਮਝੋ ਵੀ ਇੰਨੀ ਮਿਹਨਤ, ਇੰਨੀ ਕਿਸਾਨ ਦੀ ਮਿਹਨਤ ਆ। ਤੁਸੀਂ ਇਹਦਾ ਤਾਂ ਮੈਂ ਕਹਿੰਦਾ ਵੀ ਰੱਬ ਦੇ ਬਰਾਬਰ ਇਹਨੂੰ ਵੀ ਪੂਜਣਾ ਚਾਹੀਦਾ ਕਿਸਾਨ ਨੂੰ, ਜਿਹੜਾ ਦੇਸ਼ ਦਾ ਅੰਨ ਭਰਦਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕਿ ਫੁੱਲ ਸਿਰਫ ਖੁਸ਼ਬੂ ਤੇ ਸੁੰਦਰਤਾ ਹੀ ਨਹੀਂ ਦਿੰਦੇ, ਇਹ ਫੁੱਲ ਤੁਹਾਨੂੰ ਪੈਸੇ ਦੇ ਨਾਲ ਵੀ ਮਾਲਾ ਮਾਲ ਕਰ ਦਿੰਦੇ ਨੇ। ਇਹੀ ਕੁਝ ਕਰ ਦਿਖਾਇਆ ਮੋਗਾ ਦੇ ਪਿੰਡ ਬਿਲਾਸਪੁਰ ਦੇ ਘੱਟੋ ਘੱਟ 6 ਅਜਿਹੇ ਦੋਸਤ ਆਪਸ ਦੇ ਵਿੱਚ ਰਲੇ ਤੇ ਇੱਕ ਵਿਉਂਤ ਬਣਾਈ ਕਿ ਅਸੀਂ ਕਣਕ ਝੋਨੇ ਦੀ ਫਸਲ ਤੋਂ ਨਿਕਲ ਕੇ ਕੁਝ ਵੱਖਰਾ ਕਰੀਏ। ਤਾਂ ਸ਼ੁਰੂ ਕੀਤੀ ਇਹਨਾਂ ਨੇ ਫੁੱਲਾਂ ਦੀ ਖੇਤੀ। ਪਰ ਇਹ ਫੁੱਲ ਕਿਸ ਤਰੀਕੇ ਦੇ ਨਾਲ ਬੀਜਦੇ ਨੇ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਜਾਤ ਮਿਲੀ ਹੈ ਔਰ ਇਹਨਾਂ ਨੂੰ ਮੁਨਾਫਾ ਕਿਸ ਪੱਧਰ ਤੱਕ ਹੋ ਰਿਹਾ ਹੈ। ਇੱਕ ਮੈਂ ਤਸਵੀਰ ਉਹਨਾਂ 6 ਦੋਸਤਾਂ ਦੀ ਨਾ ਫੁੱਲਾਂ ਬਾਗ ਸੱਜੇ ਹੋਏ ਤੁਹਾਨੂੰ ਦਿਖਾਉਣੀ ਚਾਹੂੰਗਾ। ਇਹ 6-7 ਦੋਸਤ ਇੱਕ ਗਰੁੱਪ ਬਣਾਇਆ ਹੋਇਆ, ਜਿਸ ਪ੍ਰਕਾਰ ਤੁਸੀਂ ਫੁੱਲਾਂ ਦੀ ਖੂਬਸੂਰਤੀ ਦੇਖ ਰਹੇ ਸੀ ਤਾਂ ਇਹਨਾਂ ਦੀ ਯਾਰੀ ਵੀ ਇੱਕ ਬਹੁਤ ਖੂਬਸੂਰਤ ਫੁੱਲ ਦੇ ਵਾਂਗ ਖਿੜੀ ਹੋਈ ਹੈ, ਜਿਹੜੇ ਇਸ ਪੂਰੇ ਬਿਜ਼ਨਸ ਦੇ ਵਿੱਚ ਨਾ ਸਿਰਫ ਇੱਕ ਦੂਜੇ ਦਾ ਸਾਥ ਦਿੰਦੇ ਆ ਬਲਕਿ ਮੁਨਾਫੇ ਤੱਕ ਵੀ ਇੱਕ ਦੂਸਰੇ ਦੇ ਨਾਲ ਪਾਈ ਦਾ ਹਿਸਾਬ ਵੀ ਕਰਦੇ ਨੇ ਔਰ ਇਹਨਾਂ ਫੁੱਲਾਂ ਨੂੰ ਉਗਾਉਣ ਤੋਂ ਲੈ ਕੇ ਵੇਚਣ ਤੱਕ ਸਾਰੀ ਪ੍ਰਕਿਰਿਆ ਆਪ ਖੁਦ ਇਕੱਠੇ ਹੋ ਕੇ ਕਰਦੇ ਨੇ। ਅਮਨਦੀਪ ਸਿੰਘ ਜੀ ਨੇ, ਬਾਕੀ ਦੋਸਤ ਵੀ ਨੇ, ਸਾਰਿਆਂ ਨਾਲ ਤੁਹਾਡਾ ਤਾਰੂਫ ਵੀ ਕਰਾਵਾਂਗੇ, ਗੱਲਬਾਤ ਵੀ ਕਰਾਵਾਂਗੇ। ਸਭ ਤੋਂ ਪਹਿਲਾਂ ਅਮਨਦੀਪ ਸਿੰਘ ਜੀ ਔਰ ਸਾਰੇ ਜਿੰਨਾ ਤੁਹਾਡਾ ਦੋਸਤਾਂ ਦਾ ਗਰੁੱਪ ਹੈ, ਮੈਂ ਮੁਬਾਰਕਬਾਦ ਦਿੰਦਾ ਵੀ ਜਿੱਥੇ ਅੱਜ ਇਨਸਾਨ ਵਿਸ਼ਵਾਸ ਨਹੀਂ ਕਰ ਪਾਉਂਦਾ ਆਪਣੇ ਸਗਿਆਂ ਦੇ ਉੱਤੇ ਵੀ, ਤੇ ਤੁਸੀਂ ਐਡਾ ਸੋਹਣਾ ਫੁੱਲ ਖੜਾ ਕੇ ਇੱਕ ਦੋਸਤਾਂ ਦੀ ਫੁਲਵਾੜੀ ਤਿਆਰ ਕਰੀ ਬੈਠੇ ਹੋ। ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਦੋਸਤਾਂ ਨੂੰ ਜੀ। ਸਾਰਿਆਂ ਦਾ ਜੀ ਧੰਨਵਾਦ, ਤੁਹਾਡਾ ਵੀ ਹਮਦਰਦ ਟੀਵੀ ਦਾ ਜੀ। ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਬਹੁਤ ਧੰਨਵਾਦ ਦੋਸਤਾਂ ਮਿੱਤਰਾਂ ਦੇ ਨਾਲ ਕੇ ਗਰੁੱਪ ਬਣਾਇਆ। ਗਰੁੱਪ ਐਸਾ ਬਣਿਆ
ਵੀ 2-3 ਸਾਲਾਂ ਤੋਂ ਹੁਣ ਅਸੀਂ ਇਹ ਫੁੱਲਾਂ ਦੀ ਖੇਤੀ ਕਰ ਰਹੇ ਹਾਂ ਜੀ। ਅਮਨਦੀਪ ਜੀ, ਇੱਕ ਪਾਸੇ ਕਣਕ ਤੇ ਝੋਨੇ ਦੀ ਫਸਲ ਦੀ ਬਿਜਾਈ ਬਹੁਤ ਜੂਝਣਾ ਪੈਂਦਾ, 6 ਮਹੀਨੇ ਬਾਅਦ ਇੱਕ ਕਿੱਲੇ ਪਿੱਛੇ ਮੈਨੂੰ ਲੱਗਦਾ 25 ਤੋਂ 30 ਹਜ਼ਾਰ ਰੁਪਏ ਦਾ ਜਿਹੜੀ ਆ ਉਹਦੀ ਕੀਮਤ ਲੱਗਦੀ ਹੈ ਇੱਕ ਕਿੱਲੇ ਦੇ ਵਿੱਚੋਂ। ਆਈਡੀਆ ਕਿੱਥੋਂ ਆਇਆ ਵੀ ਫੁੱਲਾਂ ਦੀ ਖੇਤੀ ਕਰਨੀ ਹੈ? ਦਿਲ ਦੇ ਵਿੱਚ ਸੀਗਾ ਜੀ, ਵਿਚਾਰ ਸੀ ਵੀ ਇਹ ਜਿਹੜੀ ਕਣਕ ਝੋਨੇ ਦੀ ਫਸਲ ਤੋਂ ਇਹ ਤੋਂ ਨਿਕਲ ਕੇ ਵੀ ਅਲੱਗ ਜਿਹਾ ਕੁਛ ਕਰਨ ਦੀ ਸੀਗੀ ਤਮੰਨਾ। ਸਾਰੇ ਦੋਸਤਾਂ ਨੇ ਇੱਕ ਗਰੁੱਪ ਬਣਿਆ, ਬੈਠ ਕੇ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਫਿਰ ਇਹ ਡਿਸੀਜਨ ਲਿਆ ਵੀ ਸਾਰਿਆਂ ਨੇ ਰਲ ਮਿਲ ਕੇ ਕੰਮ ਕਰਨਾ। ਇਹ ਨਹੀਂ ਹੈ ਸਾਡੇ ਜਿਹੜੇ ਮਤਲਬ ਦੋਸਤ ਹੈਗੇ ਅਸੀਂ ਇਕੱਠੇ, ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਵੀ ਕੰਮ ਤੋਂ ਵੀ ਕੋਈ ਜੀ ਚਰਾਊ ਜਾਂ ਕੋਈ ਕੰਮ ਤੋਂ ਕੰਨੀ ਕਤਰਾਉਂਦਾ। ਸਾਰੇ ਗਰੁੱਪ ਦਾ ਇਹ ਹੈ ਵੀ ਪੂਰਾ ਏਕਾ ਸਾਡਾ, ਏਕਾ ਕਰਕੇ ਅਸੀਂ ਵੀ ਕਾਮਯਾਬੀ ਹੋਏ ਆ। ਕਿੰਨੇ ਕਿੱਲੇ ਦੀ ਤੁਸੀਂ ਹੁਣ ਇਸ ਵਕਤ ਫੁੱਲਾਂ ਦੀ ਖੇਤੀ ਕਰ ਰਹੇ ਹੋ? ਅਸੀਂ ਲਗਭਗ ਜੀ 30-32 ਕਿੱਲਿਆਂ ਦੀ ਖੇਤੀ ਕਰ ਰਹੇ ਹਾਂ ਜੀ ਅੱਜ। ਸਾਰੇ ਜਣੇ ਰਲ ਕੇ? ਹਾਂਜੀ, ਸਾਰੇ ਜਣੇ ਰਲ ਕੇ। ਅੱਛਾ, ਮੈਂ ਚਾਹੂੰਗਾ ਜਿਸ ਖੇਤ ਦੇ ਵਿੱਚ ਆਪਾਂ ਖੜੇ ਆ, ਫੁੱਲ ਦੇਖਣ ਨੂੰ ਬਹੁਤ ਖੂਬਸੂਰਤ ਹੈ। ਮੈਂ ਚਾਹੂੰਗਾ ਥੋੜੀ ਜਿਹੀ ਇਹਦੀ ਜਾਣਕਾਰੀ ਦਰਸ਼ਕਾਂ ਨੂੰ ਜ਼ਰੂਰ ਦਿਓ ਵੀ ਇਹ ਕਿਹੜਾ ਫੁੱਲ ਹੈ, ਕਿਵੇਂ ਇਸ ਦੀ ਬਿਜਾਈ ਹੁੰਦੀ ਹੈ, ਕਿੱਥੋਂ ਇਹਦਾ ਬੀਜ ਲਿਆਉਂਦੇ? ਹਾਂਜੀ, ਇਹ ਮਤਲਬ ਇਹਨੂੰ ਡਲਫੀਨੀਅਮ ਕਹਿੰਦੇ ਆ ਜੀ। ਇਹਦੀ ਜਿਹੜੀ ਮਤਲਬ ਜ਼ਮੀਨ ਦੀ ਤਿਆਰੀ ਆ, ਇਹ ਬਿਲਕੁਲ ਜਿਵੇਂ ਆਪਣੇ ਆਲੂਆਂ ਦੀ ਆਪਣੀ ਬਾਣ ਤਿਆਰ ਕਰਦੇ ਆ, ਤਵੀਆਂ ਮਾਰਨੀਆਂ, ਹਾਲ ਸੁਹਾਗੇ, ਰੋਟਾਵੇਟਰ, ਮਤਲਬ ਮਿੱਟੀ ਬਿਲਕੁਲ ਐ ਜਿਵੇਂ ਗੱਦਾ ਹੁੰਦਾ ਇੱਕ ਪੋਲਾ ਹੋ ਜਾਂਦਾ ਜਦੋਂ ਬਾਣ, ਕੋਈ ਮਿੱਟੀ ਡਲੀ ਉਹਦੇ ਵਿੱਚ ਰਹਿੰਦੀ ਨਹੀਂ ਗੀ। ਉਸ ਟਾਈਮ ਅਸੀਂ ਫਿਰ ਉਦੋਂ ਬਾਅਦ ਵੱਟਾਂ ਤਿਆਰ ਕਰਦੇ ਜੀ। ਵੱਟਾਂ ਦੇ ਉੱਤੇ ਅਸੀਂ ਇਹਨਾਂ ਨੂੰ ਇੱਕ ਬੀਜ ਹੁੰਦੇ ਜੀ, ਬੀਜਾਂ ਨੂੰ ਇਹਨੂੰ ਵੱਟਾਂ ਤੇ ਲਾ ਦਿੰਦੇ ਜੀ ਅਸੀਂ। ਇਹ ਪਨੀਰੀ ਲਾਉਂਦੇ ਜਾਂ ਬੀਜ ਹੁੰਦਾ ਇਹਦਾ? ਇਹ ਬੀਜ ਆ ਜੀ, ਕੁਛ ਪਨੀਰੀ ਵੀ ਲੱਗਦੀ ਆ। ਇਹ ਬੀਜ ਆ, ਤੁਹਾਨੂੰ ਅੱਗੇ ਦਿਖਾਵਾਂਗੇ, ਉੱਥੇ ਪਨੀਰੀ ਲੱਗਦੀ। ਇਹ ਜਿਹੜਾ ਫੁੱਲ ਹੈ ਫਿਰ ਕਿੰਨੀ ਦੇਰ ਦੇ ਵਿੱਚ ਤਿਆਰ ਹੋ ਜਾਂਦਾ? ਇਹ ਤੁਸੀਂ ਸਿੱਧਾ ਮਾਰਕੀਟ ਦੇ ਵਿੱਚ ਫੁੱਲ ਵੀ ਵੇਚਦੇ ਹੋ ਜਾਂ ਫਿਰ ਇਸ ਦਾ ਕਿਸ ਤਰੀਕੇ ਦੇ ਨਾਲ ਇਹਦੀ ਜਿਹੜੀ ਹੈ ਜਿਹੜੀ ਵਪਾਰ ਕਿਵੇਂ ਕਰਦੇ ਹੋ ਇਹਦਾ? ਹਾਂਜੀ, ਇਹ ਸਾਡਾ ਕੰਟਰੈਕਟ ਕਰਿਆ ਵਾ ਜੀ ਬਾਇਓਕਾਰ ਵਾਲਿਆਂ ਨਾਲ, ਪਟਿਆਲੇ ਤੋਂ ਆ। ਉਹਨਾਂ ਨਾਮ ਕੰਟਰੈਕਟ ਕਰਕੇ ਫਿਰ ਅਸੀਂ ਮਤਲਬ ਇਹਦੀ ਸ਼ੁਰੂਆਤ ਕੀਤੀ ਸੀਗੀ ਜੀ। ਅੱਛਾ, ਹਾਂਜੀ, ਉਹ ਡਾਕਟਰ ਅੱਲਾ ਰੰਗ ਜੀ ਆ, ਉਹਨਾਂ ਨੇ ਸਾਨੂੰ ਇਹ ਸਾਰਾ ਮਤਲਬ ਪਨੀਰੀ ਜੋ ਮਤਲਬ ਸਾਨੂੰ ਇੱਥੇ ਮਤਲਬ ਪਹੁੰਚਾਤਾ ਸੀਗਾ, ਪਨੀਰੀ ਤੇ ਸੀਡ ਵਗੈਰਾ। ਅੱਛਾ, ਕਣਕ ਤੇ ਝੋਨੇ ਵਾਂਗ ਇਹ ਵੀ 6 ਮਹੀਨੇ ਦਾ ਚੱਕਰ ਹੈਗਾ ਵੀ ਉਹ 6 ਮਹੀਨੇ ਦੇ ਵਿੱਚ ਇਹ ਫਸਲ ਤਿਆਰ ਹੁੰਦੀ ਹੈ? ਕਿਵੇਂ ਤਿਆਰ ਹੁੰਦਾ, ਕਿੰਨੀ ਦੇਰ 'ਚ ਇਹ ਜਿਹੜਾ ਫੁੱਲ ਤਿਆਰ ਹੋ ਜਾਂਦਾ? ਹਾਂਜੀ, ਬਿਲਕੁਲ ਇਹਦੀ ਵੀ ਮਤਲਬ ਕਣਕ ਵਾਂਗੂ 6 ਮਹੀਨੇ ਤੱਕ ਇਹ ਮਤਲਬ ਚੱਲਦਾ। ਇਹਦੀ ਮਿਹਨਤ ਬਹੁਤ ਹੈਗੀ ਆ, 6 ਮਹੀਨੇ ਲਗਾਤਾਰ ਮਿਹਨਤ ਕਰਕੇ ਫਿਰ ਤੁਸੀਂ ਹੁਣ ਦੇਖ ਹੀ ਰਹੇ ਹੋ ਵੀ ਇਹਦੇ ਰੰਗ ਕਿਸ ਤਰ੍ਹਾਂ ਮਤਲਬ ਹੈਗੇ ਆ। ਫੁੱਲ ਹੋ ਗਏ ਤਿਆਰ, ਫਲੀਆਂ ਫੁੱਲ ਸਭ ਤਿਆਰ ਹੋ ਗਏ ਜੀ ਹੁਣ। ਬਸ ਇਹਨੂੰ ਫਿਰ ਇਸ ਤੋਂ ਬਾਅਦ ਜਦੋਂ ਇਹਦਾ ਥੋੜਾ ਡਿਸਕਲਰ ਹੋਣ ਲੱਗ ਗਏ, ਰੰਗੋ ਬਦਰੰਗ ਜੇ ਹੋਣ ਲੱਗ ਗਏ, ਉਸ ਤੋਂ ਬਾਅਦ ਇਹਨੂੰ ਇਹਦੀ ਕਟਾਈ ਹੋਊਗੀ। ਕੁਛ ਅਸੀਂ ਫੁੱਲਾਂ ਦੀ ਤੜਾਈ ਕਰਦੇ ਹਾਂ, ਕੁਛ ਇਹਨਾਂ ਨੂੰ ਥ੍ਰੈਸ਼ਰ ਕਰਨਾ ਜੀ। ਅੱਛਾ, ਥ੍ਰੈਸ਼ਰ ਕਰਕੇ ਉਹ ਬੀ ਅਲੱਗ ਹੋ ਜਾਊਗਾ। ਜੋ ਬੀ ਹੋਊਗਾ ਉਹਦੀ ਵੀ ਫਿਰ ਸਫਾਈ ਹੋਊ ਦੁਬਾਰਾ, 2-2 3-3 ਵਾਰੀ ਇਹਦੀ ਮਤਲਬ ਪੱਖਿਆਂ ਦੇ ਵਿੱਚ ਦੀ ਉਹਨੂੰ ਲੰਘਾ ਦਾਂਗੇ ਜੀ। ਇਹ ਕਿੰਨਾ ਜਿਹੜਾ ਝਾੜ ਦੇ ਜਾਂਦਾ ਇੱਕ ਕਿੱਲੇ ਦੇ ਵਿੱਚੋਂ? ਲਗਭਗ ਜੀ 3 ਕੁਆਂਟਲ ਮਤਲਬ ਦੇ ਦਿੰਦਾ ਝਾੜ ਜੀ। ਕਿੰਨੇ ਦਾ ਵਿਕਦਾ ਫਿਰ ਇੱਕ ਕੁਆਂਟਲ? 400 ਰੁਪਏ ਕਿਲੋ ਵਿਕਦਾ ਜੀ। ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਤਰੀਕੇ ਦੇ ਹਿਸਾਬ ਨਾਲ ਅਲੱਗ-ਅਲੱਗ ਇਹਨਾਂ ਦੇ ਰੇਟ ਹੈਗੇ ਜੀ। ਜਿਸ ਤਰ੍ਹਾਂ ਤੁਸੀਂ ਆਪਦਾ ਉਹਨਾਂ ਨਾਲ ਕੰਟਰੈਕਟ ਕਰ ਲਓਗੇ ਉਹ ਦੇ ਦੇਣਗੇ ਜੀ। ਅੱਛਾ, ਮੈਂ ਇੱਕ ਮੋਟਾ ਜਿਹਾ ਸਵਾਲ ਪੁੱਛਦਾ ਵੀ ਇੱਕ ਕਿੱਲੇ ਦੇ ਵਿੱਚ ਕਣਕ ਬੀਜੀਏ ਤਾਂ ਕਿੰਨੇ ਦੀ ਫਸਲ ਨਿਕਲਦੀ ਹੈ, ਤੇ ਜੇ ਫੁੱਲ ਬੀਜਾਂਗੇ ਆ ਜਿਹੜਾ ਤੇ ਫਿਰ ਕਿੰਨੇ ਦਾ ਫਸਲ ਨਿਕਲਦੀ? ਹਾਂਜੀ, ਜਿਸ ਤਰ੍ਹਾਂ ਹੁਣ ਵੀ ਆਪਾਂ ਸਾਰਾ ਖਰਚਾ ਕਰਕੇ ਕਣਕ ਤੇ 30,000 ਦੀ ਮਤਲਬ ਕਣਕ ਨਿਕਲ ਆਉਂਦੀ ਆ। ਇਹਦਾ ਤਕਰੀਬਨ ਮਤਲਬ 2-3 ਗੁਣਾ ਜ਼ਿਆਦਾ ਇਸ ਤੋਂ ਮਤਲਬ ਨਿਕਲ ਆਉਂਦਾ ਜੀ। ਮਤਲਬ ਲੱਖ ਟੱਪ ਜਾਂਦਾ? ਲੱਖ, ਹਾਂਜੀ, ਲੱਖ ਟੱਪ ਜਾਂਦਾ ਜੀ। ਅੱਛਾ, ਤਾਂ ਇਹ ਜਦੋਂ ਤਿਆਰ ਕਰਦੇ ਆ ਫਿਰ ਕਣਕ ਦੇ ਵਿੱਚ ਤਾਂ ਬੀ ਵੀ ਵੱਧ ਪੈਂਦਾ। ਇਹਦੇ ਵਿੱਚ ਕਿੰਨਾ ਕੁ ਕਿੱਲੇ ਦੇ ਵਿੱਚ ਬੀ ਪਾਉਂਦੇ ਹੋ ਇਹਦਾ? ਹਾਂਜੀ, ਇੱਕ ਮਤਲਬ ਕਿਲੋ ਕੁ ਬੀ ਇਹਦਾ ਪੈਂਦਾ ਜੀ। ਹੋਰ ਤੁਹਾਨੂੰ ਇੱਕ ਗੱਲ ਜਿਹੜੀ ਸਭ ਤੋਂ ਵਧੀਆ ਮੈਨੂੰ ਵਧੀਆ ਲੱਗਿਆ ਵੀ 1 ਕਿੱਲੇ ਦੇ ਵਿੱਚ ਜੇ ਆਪਾਂ ਕਣਕ ਬੀਜ ਕੇ ਪਾਣੀ ਲਾਉਣੇ ਆ ਤੇ 5 ਤੋਂ 6 ਘੰਟੇ ਤੱਕ ਮਤਲਬ ਤੁਸੀਂ ਪਾਣੀ ਲਾਓਗੇ। 6 ਘੰਟੇ ਪਾਣੀ ਨਿਕਲੀ ਜਾਣਾ ਜਾਂ 5 ਘੰਟੇ ਕਹਿ ਲਓ, ਉਹ ਤੁਸੀਂ ਆਪਦੇ ਤੁਹਾਡੇ ਟਿਊਬਵੈੱਲ ਜਿਸ ਤਰ੍ਹਾਂ ਦਾ ਹੈਗਾ। ਹੁਣ ਇਹ ਜਿਵੇਂ ਹੁਣ ਵੱਟਾਂ ਬਣਾਈਆਂ ਵੀਆਂ, ਖਾਲੀਆਂ ਹੈਗੀਆਂ ਬਣੀਆਂ ਵੀਆਂ, ਖਾਲੀਆਂ ਦੇ ਵਿੱਚ ਅਸੀਂ ਪਾਣੀ ਲਾਉਣੇ ਆ ਜੀ। ਤੁਸੀਂ ਇਹ ਯਕੀਨ ਮੰਨੋ ਵੀ 1 ਘੰਟੇ ਦੇ ਵਿੱਚ ਇਹ ਖਾਲੀਆਂ ਪੂਰੀਆਂ ਹੋ ਜਾਂਦੀਆਂ। ਅੱਛਾ, ਪਾਣੀ ਦੀ ਬਹੁਤ ਬਚਤ ਹੈ ਇਹਦੇ ਵਿੱਚ। ਪਾਣੀ ਦੀ ਤੁਸੀਂ ਦੇਖ ਲਓ ਵੀ ਕਿੱਥੇ 6 ਘੰਟੇ ਤੇ ਕਿੱਥੇ 1 ਘੰਟੇ ਦੇ ਵਿੱਚ 1 ਕਿੱਲਾ ਭਰ ਜਾਣਾ ਜੀ। ਅੱਛਾ, ਪਾਣੀ ਦੀ ਬਹੁਤ ਪਾਣੀ ਦੀ ਵੀ ਬਚਤ ਹੈ ਤੇ ਮੋਟਾ ਮੁਨਾਫਾ ਵੀ ਹੈਗਾ ਇਹਦੇ ਵਿੱਚ। ਅੱਛਾ, ਤੁਸੀਂ ਹੋਰ ਬਹੁਤ ਸਾਰੀਆਂ ਵੈਰਾਈਟੀਜ਼ ਲਗਾਈਆਂ ਨੇ। ਮੈਂ ਕੈਮਰਾਮੈਨ ਨੂੰ ਚਾਹੂੰਗਾ ਇੱਕ ਵਾਰੀ ਤਸਵੀਰਾਂ ਉਧਰ ਦੀਆਂ ਵੀ ਦਿਖਾ ਦਿਓ। ਉਹਨਾਂ ਫੁੱਲਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਸਾਥੀ ਜਿਹੜਾ ਗਰੁੱਪ ਹੈ ਹਰ ਇੱਕ ਜਿਹੜਾ ਉਹ ਇਸ ਜਿਹੜੀ ਖੇਤੀਬਾੜੀ ਦੇ ਵਿੱਚ ਮਿਹਨਤ ਕਰਦਾ ਹੈ। ਬਾਈ ਜੀ, ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਬਲਜਿੰਦਰ ਸਿੰਘ ਜੀ, ਆਪਾਂ ਜਿਹੜਾ ਅੱਗੇ ਇੱਕ ਖੇਤ ਦੇਖ ਰਹੇ ਹਾਂ ਉਹਦੇ ਵਿੱਚ ਅਲੱਗ ਕਿਸਮ ਦਾ ਫੁੱਲ ਹੈਗਾ। ਮੈਂ ਥੋੜੀ ਚਾਹੂੰਗਾ ਉਹਦੇ ਬਾਰੇ ਜਾਣਕਾਰੀ ਦੇ ਦਿਓ। ਇਹ ਕਿਹੜਾ ਫੁੱਲ ਹੈ ਔਰ ਕਿੰਨੀ ਇਹਦੀ ਕੀਮਤ ਹੈ, ਕਿੰਨਾ ਬੀਜ ਤੁਸੀਂ ਪਾਉਂਦੇ ਹੋ, ਕਿਸ ਤਰੀਕੇ ਦੇ ਨਾਲ ਇਹਨੂੰ ਤਿਆਰ ਕਰਦੇ ਹੋ? ਸਰ, ਇਹ ਡੇਜੀ ਫੁੱਲ ਹੈ ਜੀ।
ਤਾਂ ਇਹ ਅਸੀਂ ਇਸੇ ਤਰ੍ਹਾਂ ਹੀ ਆਪਾਂ ਤੜਾਈ ਹੁੰਦੀ ਹੈ ਜੀ। ਜਿਸ ਤਰ੍ਹਾਂ ਪਹਿਲਾਂ ਵਾਲੇ ਦਾ ਸੀਡ ਲੱਗਦਾ ਜੀ, ਤਾਂ ਇਹਦਾ ਜੀ ਪਨੀਰੀ ਤਿਆਰ ਹੁੰਦੀ ਹੈ ਜੀ। ਅੱਛਾ, ਉਹ ਕੰਪਨੀ ਸਾਨੂੰ ਪਨੀਰੀ ਮੁਹੱਈਆ ਕਰਾਉਂਦੀ ਹੈ ਜੀ, ਫਿਰ ਅਸੀਂ ਪਨੀਰੀ ਲਗਾਉਂਦੇ ਹਾਂ ਜੀ ਵੱਟਾਂ ਬਣਾ ਕੇ। ਇਹ ਜਿਹੜਾ ਫੁੱਲ ਹੈਗਾ ਡੇਜ਼ੀ ਫੁੱਲ ਹੈ, ਇਹਦਾ ਨਾਂ ਕਿੱਥੇ ਦੀ ਵੈਰਾਈਟੀ ਹੈ ਵੈਸੇ? ਅਮਰੀਕਾ ਦੀ ਹੈ ਜੀ ਇਹ। ਇਹਦਾ ਵੀ ਉਸੇ ਤਰ੍ਹਾਂ ਸੀਡ ਤਿਆਰ ਹੋਣਾ ਜੀ। ਇਹ ਫਿਰ ਕਿੱਲੇ ਦੇ ਵਿੱਚ ਇਹਦੀ ਬਿਜਾਈ ਇਹਦੀ ਪਨੀਰੀ ਲੱਗਦੀ ਹੈ ਜਾਂ ਬੀਜ ਬੀਜਦੇ ਹੋ? ਇਹਦੀ ਪਨੀਰੀ ਹੈ ਜੀ। ਅੱਛਾ, ਪਨੀਰੀ ਬੀਜੀ ਜਾਂਦੀ ਹੈ ਜੀ, ਬੀਜ ਨਹੀਂ ਇਹਦਾ ਲੱਗਦਾ ਜੀ। ਅੱਛਾ, ਤੇ ਫਿਰ ਇਹ 1 ਕਿੱਲੇ ਦੇ ਵਿੱਚ ਇੱਥੇ ਤੁਸੀਂ ਕਿੰਨਾ ਬੀਜਿਆ ਹੋਇਆ ਡੇਜ਼ੀ ਫੁੱਲ? ਇਹ 2 ਕਿੱਲੇ ਹੈ ਜੀ ਸਾਡੇ। ਅੱਛਾ, ਤੇ ਫਿਰ ਕਿੰਨਾ ਝਾੜ ਕਿੱਲੇ ਦੇ ਵਿੱਚੋਂ ਨਿਕਲੂਗਾ? ਇਹਦਾ 60 ਕਿਲੋ ਨਿਕਲਦਾ ਹੈਗਾ ਜੀ ਇਹਦਾ। ਅੱਛਾ, 1 ਕਿੱਲੇ ਦੇ ਵਿੱਚੋਂ। ਤੇ ਇਹਦਾ ਰੇਟ ਕੀ ਹੈਗਾ ਮਾਰਕੀਟ ਦੇ ਵਿੱਚ? ਇਹਦਾ ਹੈਗਾ ਜੀ 2500 ਰੁਪਏ ਹੈਗਾ ਜੀ ਪ੍ਰਤੀ ਕਿਲੋ ਜੀ। ਪ੍ਰਤੀ ਕਿਲੋ ਦੇ ਨਾਲ। ਤੇ ਇਹ 60 ਕਿਲੋ ਤੁਹਾਨੂੰ 1 ਕਿੱਲੇ ਦੇ ਵਿੱਚੋਂ 6 ਮਹੀਨੇ ਬਾਅਦ ਇਹਦੀ ਫਸਲ ਨਿਕਲ ਆਉਂਦੀ ਹੈ। ਨਿਕਲ ਆਉਂਦੀ ਹੈ। ਅੱਛਾ, ਲੱਗਦਾ ਵੀ ਕਣਕ ਝੋਨੇ ਦੇ ਨਾਲੋਂ ਕਿਤੇ ਨਾ ਕਿਤੇ ਥੋੜਾ ਜਿਹਾ ਸੁੱਕਾ ਸਾਣਾ ਵੀ ਹੈਗਾ ਕੰਮ, ਉਹਦੇ ਵਿੱਚ ਜ਼ਿਆਦਾ ਜੂਝਣਾ ਪੈਂਦਾ। ਇਹਦੇ ਵਿੱਚ ਥੋੜੀ ਜੀ ਬੇਸ਼ੱਕ ਟੈਕਨੀਕਲੀ ਇਹਦੇ ਵਿੱਚ ਦਿੱਕਤ ਹੈਗੀ ਆ ਜਾਂ ਮਿਹਨਤ ਕਰਨੀ ਪੈਂਦੀ ਹੈ। ਦਿੱਕਤ ਤਾਂ ਚਲੋ ਮੈਂ ਨਹੀਂ ਕਹਿੰਦਾ, ਪਰ ਜੇ ਮਿਹਨਤ ਲੱਗਦੀ ਹੈ ਤਾਂ ਮੁਨਾਫਾ ਵੀ ਕਿਤੇ ਨਾ ਕਿਤੇ 2 3 4 ਗੁਣਾ ਵੱਧ ਵੀ ਜਾਂਦਾ ਹੈ। ਦੇਖੋ ਜੀ, ਇੱਕ ਤਾਂ ਪਹਿਲੀ ਗੱਲ ਇਹ ਆ ਵੀ ਇੱਥੇ ਆ ਕੇ ਸੰਤੁਸ਼ਟੀ ਹੁੰਦੀ ਹੈ ਜੀ। ਮਿਹਨਤ ਤੁਹਾਨੂੰ ਹਰੇਕ ਫਸਲ ਤੇ ਕਰਨੀ ਪੈਣੀ ਆ। ਉਹ ਚਾਹੇ ਕਣਕ ਹੋਵੇ ਜੀ, ਚਾਹੇ ਇੱਕ ਕੈਰੀ ਗੰਢਿਆਂ ਦੀ ਬੀਜੀ ਹੋਵੇ ਜੀ, ਉਹ 'ਚ ਵੀ ਮਿਹਨਤ ਤਾਂ ਕਰਨ ਕੋਈ ਪੈਣੀ ਹੈ। ਜੇ ਮਿਹਨਤ ਨਹੀਂ ਕਰਦੇ ਤਾਂ ਤੁਸੀਂ ਕਿਸੇ ਵੀ ਏਰੀਏ 'ਚ ਕਾਮਯਾਬ ਨਹੀਂ ਜੀ। ਪਰ ਇਹਦੇ 'ਚ ਮਿਹਨਤ ਕੀਤੀ ਵੀ ਰਾਸ ਆਉਂਦੀ ਹੈ ਜੀ। ਅਮਨਦੀਪ ਸਿੰਘ ਜੀ, ਕਿੰਨੇ ਕਿੱਲੇ ਦੇ ਵਿੱਚ ਤੁਸੀਂ ਦੱਸਿਆ ਵੀ ਜਿੱਦਾਂ ਵੀ 30 32 ਕਿੱਲੇ ਦੇ ਵਿੱਚ ਖੇਤੀ ਕਰ ਰਹੇ ਹੋ, ਤਾਂ ਕਿੰਨੀਆਂ ਕੁ ਵੈਰਾਈਟੀਆਂ ਤੁਸੀਂ ਇਹਦੇ ਵਿੱਚ ਜਿਹੜੀਆਂ ਉਹ ਲਗਾਈਆਂ ਹੋਈਆਂ ਨੇ? ਹਾਂਜੀ, ਅਸੀਂ 7-8 ਕਿਸਮ ਦੀਆਂ ਮਤਲਬ ਵੈਰਾਈਟੀਆਂ ਲੱਗੀਆਂ, ਤੇ ਆਜੋ ਤੁਹਾਨੂੰ ਦਿਖਾ ਵੀ ਦਿੰਨੇ ਆ। ਇਹ ਤੁਹਾਨੂੰ ਜਿਹੜਾ ਦੱਸਿਆ ਸੀ ਵੀ ਇਹ ਡੇਜ਼ੀ ਹੈ ਜੀ। ਉਹ ਜਿਹੜੇ ਜਿੱਥੇ ਲੇਡੀਜ਼ ਉਹ ਮਤਲਬ ਤੋੜ ਰਹੀ ਹੈ ਫੁੱਲ, ਉਹਨਾਂ ਨੂੰ ਹਾਂਜੀ, ਇਹ ਪਾਲੂਡੋਜ਼ਮ ਆ ਜੀ ਉਹ। ਅੱਛਾ, ਜਿਹੜੀਆਂ ਉਧਰਲੇ ਪਾਸੇ ਲੇਡੀਜ਼ ਜਿਹੜੀਆਂ ਤੋੜ ਰਹੀਆਂ? ਹਾਂਜੀ। ਤੇ ਜਿਹੜੇ ਉਹਦੇ ਨਾਲ ਹੀ ਆ ਉਹਨੂੰ ਸਾਲਵੀਆ ਕਹਿੰਦੇ ਆ ਜੀ। ਅੱਛਾ, ਤੇ ਇਹਦੀ ਤੜਾਈ ਵੀ ਫਿਰ ਸੇਮ ਉਸੇ ਤਰੀਕੇ ਦੇ ਨਾਲ ਹੁੰਦੀ ਹੈ? ਬਿਲਕੁਲ ਜੀ, ਜਿਸ ਤਰ੍ਹਾਂ ਉਹ ਪਾਲੂਡੋਜ਼ਮ ਦੀ ਮਤਲਬ ਤੜਾਈ ਹੋ ਰਹੀ ਆ, ਉਸ ਤਰ੍ਹਾਂ ਹੀ ਇਸ ਦੀ ਡੇਜ਼ੀ ਦੀ ਵੀ ਤੜਾਈ ਹੋਊਗੀ। ਅੱਛਾ, ਹਾਂਜੀ, ਇਹਨਾਂ ਨੂੰ ਤੋੜ ਕੇ ਛਾਂ ਦੇ ਵਿੱਚ ਸੁਕਾਉਣਾ, ਨਾ ਕਿ ਵੀ ਤੁਸੀਂ ਇਹਨੂੰ ਧੁੱਪ ਦੇ ਵਿੱਚ ਸੁਕਾਓਗੇ। ਅੱਛਾ, ਧੁੱਪ ਦਾ ਅਸਰ ਇਹ ਆ ਵੀ ਜੇ ਤੁਸੀਂ ਇਹਨੂੰ ਧੁੱਪ ਦੇ ਵਿੱਚ ਇਹਨੂੰ ਥੋੜੀ ਜਿਹੀ ਵੀ ਹੀਟ ਲੱਗ ਗਈ ਤੇ ਜਿਹੜੀ ਇਹਦੀ ਜਰਮੀਨੇਸ਼ਨ ਆ ਉਹ ਖਤਮ ਹੋ ਜਾਂਦੀ ਹੈ ਜੀ। ਅੱਛਾ, ਹਾਂਜੀ, ਫਿਰ ਉਹ ਦੁਬਾਰਾ ਉਹ ਬੀ ਖਰਾਬ ਹੋ ਜਾਂਦਾ? ਹਾਂਜੀ, ਬੀ ਖਰਾਬ ਹੋ ਜਾਂਦਾ। 79 ਪੁਆਇੰਟ ਤੇ ਜਰਮੀਨੇਸ਼ਨ ਆ ਜਿਹੜੀ, ਉਹ ਮਤਲਬ ਗਿਣਦੇ ਨਹੀਂਗੇ ਜੀ ਉਹ। ਅੱਛਾ, ਵੀ ਆਪਾਂ ਕਹਿ ਦਈਏ ਵੀ ਉਹਨੂੰ 79 80 ਤੋਂ ਉਹ ਅਬਵ ਉੱਪਰ ਹੋਣੀ ਚਾਹੀਦੀ ਹੈ ਜੀ ਜਿਹੜੀ ਜਰਮੀਨੇਸ਼ਨ ਹੈ ਜੀ। ਆਪਾਂ ਚੱਲਦੇ ਹਾਂ ਉਸ ਖੇਤ ਵੱਲ ਵੀ ਚੱਲਦੇ ਹਾਂ ਜਿੱਥੇ ਬੀਬੀਆਂ ਉਹ ਫੁੱਲ ਤੋੜ ਰਹੀਆਂ। ਉਹਦੇ ਵਿੱਚ ਤੁਸੀਂ ਇੱਕ ਖਾਸ ਗੱਲ ਇਹ ਵੀ ਦੱਸੀ ਹੈ ਵੀ ਕਹਿੰਦੇ ਉਹ ਫੁੱਲ ਖੁਸ਼ਬੂ ਨਹੀਂ ਦਿੰਦਾ, ਉਹ ਬਦਬੂ ਆਉਂਦੀ ਹੈ ਬੇਸ਼ੱਕ, ਪਰ ਮੁਨਾਫਾ ਚੰਗਾ ਦਿੰਦਾ ਹੈ। ਤਾਂ ਆਓ ਆਪਾਂ ਉਸ ਖੇਤ ਦੇ ਵਿੱਚ ਵੀ ਚੱਲਦੇ ਹਾਂ ਤੇ ਉੱਥੇ ਆ ਕੇ ਉਸ ਫਸਲ ਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਲੈਂਦੇ ਹਾਂ। ਅੱਛਾ ਅਮਨਦੀਪ ਜੀ, ਜਿਹੜੇ ਇਸ ਖੇਤ ਦੇ ਵਿੱਚ ਖੜੇ, ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਜਿੱਥੇ ਬੀਬੀਆਂ ਇਹਦੀ ਤੜਾਈ ਵੀ ਕਰ ਰਹੀਆਂ ਨੇ, ਇਹ ਫੁੱਲ ਕਿਹੜਾ ਹੈ ਔਰ ਕਿਹੜੀ ਕੰਟਰੀ ਦਾ ਵੈਸੇ ਬੇਸਿਕਲੀ ਫੁੱਲ ਹੁੰਦਾ ਹੈ, ਔਰ ਇਹਦਾ ਕਿੰਨਾ ਮੁਨਾਫਾ ਔਰ ਬਿਜਾਈ ਕਿਵੇਂ ਹੁੰਦੀ ਹੈ ਜੀ? ਹਾਂਜੀ, ਸੇਮ ਬਿਜਾਈ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਪਿੱਛੇ ਦੇਖ ਕੇ ਆਏ ਆ ਡੇਜ਼ੀ ਦੀ, ਇਸ ਤਰ੍ਹਾਂ ਹੀ ਪਾਲੂਡੋਜ਼ਮ ਇਹਨੂੰ ਕਹਿੰਦੇ ਆ ਜੀ। ਇਹਦਾ ਮਤਲਬ ਜਿਹੜਾ ਝਾੜ ਹੈਗਾ 1.5 ਕੁਇੰਟਲ ਦੇ ਲਗਭਗ ਹੈਗਾ ਜੀ। ਇਹ ਮਤਲਬ ਇਹਦੇ ਵਿੱਚੋਂ ਨਿਕਲ ਆਉਂਦਾ 1.5 ਕੁਇੰਟਲ। ਤੇ ਇਹ ਹਾਲੈਂਡ ਵਗੈਰਾ ਕੰਟਰੀ ਦੇ ਵਿੱਚ ਜਾਂਦਾ ਇਹਦਾ ਬੀਜ ਜੀ। ਅੱਛਾ, ਇਹ ਤੁਹਾਡੇ ਸਾਰੇ ਬੀਜ ਅਮਰੀਕਾ, ਨੀਦਰਲੈਂਡ, ਹਾਲੈਂਡ ਸਾਰੇ ਪਾਸੇ ਬੀਜ ਹੀ ਜਾਂਦੇ ਆ, ਫੁੱਲ ਨਹੀਂ ਵੇਚਦੇ ਤੁਸੀਂ? ਫੁੱਲ ਨਹੀਂ ਵੇਚਦੇ ਜੀ। ਇੱਕ ਤੁਹਾਨੂੰ ਹੋਰ ਗੱਲ ਦੱਸਾਂ ਵੀ ਆਮ ਤੌਰ ਤੇ ਵੀ ਫੁੱਲਾਂ ਦੇ ਵਿੱਚੋਂ ਖੁਸ਼ਬੂ ਆਉਂਦੀ ਆ, ਪਰ ਇਹਦੇ ਵਿੱਚੋਂ ਦੁਰਗੰਧ ਆਉਂਦੀ ਹੈ ਜੀ। ਅੱਛਾ, ਹਾਂਜੀ, ਕਾਰਨ ਕੀ ਇਹਦਾ? ਕੁਝ ਨਹੀਂ, ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਕਾਰਨ ਹੈਗਾ ਵੀ ਇਹਦੇ ਚੋਂ ਕਿਉਂ ਦੁਰਗੰਧ ਕਾਹਤੋਂ ਆਉਂਦੀ ਹੈ। ਥੋੜਾ ਤੁਸੀਂ ਇੱਥੇ ਖੜੇ ਆ, ਇਹ ਹੁਣ ਠੀਕ ਆ, ਸਵੇਰ ਸ਼ਾਮ ਆਉਂਗੇ ਤਾਂ ਤੁਹਾਨੂੰ ਇਹਦੇ ਚੋਂ ਭੱਦੀ ਜੀ ਮਤਲਬ ਗੰਦੀ ਸਮੈਲ ਆਉਂਦੀ ਹੈ, ਬਦਬੂ ਆਉਂਦੀ ਹੈ। ਅੱਛਾ, ਇਹਦੇ ਵਿੱਚ ਫਿਰ ਕਿੰਨਾ ਬੀਜ ਪੈਂਦਾ ਇਸ ਫੁੱਲ ਨੂੰ ਬੀਜਣ ਵਾਸਤੇ? ਕਿਵੇਂ ਲੱਗਦੀ ਜੀ? ਅੱਛਾ, ਹਾਂਜੀ। ਕਿੰਨੇ ਪਿੱਛੇ ਕਿੰਨੇ ਬੂਟੇ ਲਾਉਂਦੇ ਹੋ ਫਿਰ ਇਹਦੇ? ਇਹ 12000 ਬੂਟਾ ਤਕਰੀਬਨ 10-12 ਹਜ਼ਾਰ ਬੂਟਾ ਲੱਗ ਜਾਂਦਾ। ਅੱਛਾ, ਝਾੜ ਕਿੰਨਾ ਫਿਰ, ਕਿੰਨਾ ਮੁਨਾਫਾ ਕਿੰਨਾ ਹੁੰਦਾ? 1.5 ਕੁਇੰਟਲ ਝਾੜ ਨਿਕਲਦਾ। ਰੇਟ ਕੀ ਹੈ ਇਹਦਾ? ਰੇਟ ਹੈਗਾ ਇਹਦਾ 1100 ਰੁਪਈਆ ਰੇਟ ਹੈਗਾ ਜੀ। ਅੱਛਾ, ਤਾਂ ਫਿਰ ਇਹਦੇ ਵਿੱਚੋਂ ਵੀ ਚੰਗਾ ਮੁਨਾਫਾ ਮੈਨੂੰ ਲੱਗਦਾ ਸਿੱਧੋ ਸਿੱਧ ਹੈਗਾ ਹੀ ਹੈ ਜੇ ਕਿੱਲਾ ਇੱਕ ਬੀਜਿਆ ਹੋਵੇ। ਹਾਂਜੀ, ਲੇਬਰ ਦੀ ਕਾਸਟ ਵੀ ਬਹੁਤ ਆ ਤੇ ਮੁਨਾਫਾ ਵੀ ਹੈਗਾ ਜੀ। ਖਰਚ ਕਿੰਨਾ ਕੁ ਆਉਂਦਾ ਹੈ ਇਹ ਜੇ ਇਹ ਫੁੱਲ ਦੀ ਖੇਤੀ ਕਰਨੀ ਹੋਵੇ ਤਾਂ ਕਿੰਨਾ ਕੁ ਸਮਾਂ ਲੱਗ ਜਾਂਦਾ ਤਿਆਰ ਹੋਣ ਦਾ? ਸਮਾਂ ਇੱਕੋ ਹੀ ਹੈ, 6 ਮਹੀਨੇ ਲੱਗਦੇ ਸਾਰਿਆਂ ਨੂੰ? ਹਾਂਜੀ, ਤਿਆਰ ਹੋਣ ਦਾ ਸਮਾਂ ਇੱਕੋ ਹੀ ਆ।
ਸਟਾਰਟ ਤੋਂ ਲੈ ਕੇ ਐਂਡ ਤੱਕ ਜਿੱਦਾਂ ਜ ਬੈਗ ਦੇ ਵਿੱਚ ਪੈਂਦਾ ਨਹੀਂ ਉਨੀ ਦੇਰ ਤੱਕ ਖਰਚਾ 35 ਤੋਂ ਲੈ ਕੇ 40,000 ਰੁਪਇਆ ਖਰਚਾ ਆ ਜਾਂਦਾ ਜੀ। ਅੱਛਾ, ਇੱਕ ਸਾਥੀ ਹੋਰ ਵੀ ਨੇ ਇੱਧਰ, ਇੱਕ ਹੋਰ ਵੈਰਾਈਟੀ ਆ ਫੁੱਲਾਂ ਦੀ। ਬੇਸ਼ੱਕ ਤੁਹਾਨੂੰ ਇਹਦੇ ਉੱਤੇ ਸਫੇਦ ਰੰਗ ਦੇ ਫੁੱਲ ਲੱਗੇ ਨੇ, ਥੋੜੀ ਜਿਹੀ ਜਾਣਕਾਰੀ ਆਪਾਂ ਲੈਂਦੇ ਆ। ਸਰ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਦੇਵ ਆ ਜੀ। ਦੇਵ ਜੀ, ਇਹ ਕਿਹੜਾ ਫੁੱਲ ਹੈ, ਕਿੱਥੋਂ ਦੀ ਵੈਰਾਈਟੀ ਆ? ਮੈਨੂੰ ਪਤਾ ਲੱਗਾ ਤੁਹਾਡਾ ਕਹਿੰਦੇ ਸਭ ਤੋਂ ਫੇਵਰਿਟ ਵੈਰਾਈਟੀ ਇਹੀ ਹੈ। ਇਹ ਮੇਰੀ ਫੇਵਰੇਟ ਵੈਰਾਈਟੀ ਹੈ ਜੀ। ਇਹ ਸਾਲਵੀਆ ਵਾਈਟ ਕਹਿੰਦੇ ਇਹਨੂੰ ਜੀ। ਅੱਛਾ ਜੀ। ਇਹ ਬਹੁਤ ਸੌਖੀ ਹੈ ਜੀ, ਮਿਹਨਤ ਹੁੰਦੀ ਹੈ ਪਰ ਸੌਖੀ ਹੈਗੀ। ਅੱਛਾ ਜੀ। ਜਿਵੇਂ ਕਣਕ ਆ ਗਈ, ਕਣਕ ਵਾਂਗੂ ਹੀ ਹੋ ਜਾਂਦੀ ਹੈ ਜੀ, ਕੋਈ ਜ਼ਿਆਦਾ ਲੇਬਰ ਦੀ ਲੋੜ ਨਹੀਂ ਗੀ। ਤੇ ਇਹ ਦੂਜੀਆਂ ਕਿਸਮਾਂ ਨਾਲੋਂ ਇਹ ਜਾਣਦਾ ਸੌਖੀ ਸਾਰੀ। ਇਹਦੇ ਬੂਟੇ ਫਿਰ ਲਾਉਨੇ ਹੋ, ਪਨੀਰੀ ਲਾਉਨੇ ਜਾਂ ਇਹਦੀ ਪਨੀਰੀ ਦੀ ਹੁੰਦੀ ਹੈ ਜੀ। ਇਹ ਪਨੀਰੀ ਲਾਈ ਹੈ ਜੀ ਤੇ ਸੌਖੀ ਹੋ ਜਾਂਦੀ ਹੈ ਜੀ। ਅੱਛਾ ਜੀ। ਹਾਂਜੀ। ਇਹ ਸਾਰੇ ਦੋਸਤਾਂ ਦਾ ਗਰੁੱਪ ਹੈ, ਸਰਦਾਰ ਜੀ ਵੀ ਨਾਲ ਨੇ। ਸਰਦਾਰ ਜੀ, ਇਹ ਜਿੱਡਾ ਵੱਡਾ ਗਰੁੱਪ 4 5 6 ਬੰਦਿਆਂ ਦਾ, ਪਰਿਵਾਰ ਦੇ ਵਿੱਚ 4 ਬੰਦੇ ਸਾਹਮਣੇ ਹੁਣ ਤਾਂ ਬੜੀ ਦਿੱਕਤ ਆਉਂਦੀ ਹੈ, ਕਿਸੇ ਦਾ ਮੂੰਹ ਕਿੱਧਰ ਨੂੰ ਤੇ ਕਿਸੇ ਦਾ ਕਿੱਧਰ ਨੂੰ ਹੋ ਜਾਂਦਾ। ਤੁਸੀਂ ਤਾਂ 6 7 ਦੋਸਤ ਰਲ ਕੇ ਇੱਕੋ ਹੀ ਬਿਜ਼ਨਸ ਕਰ ਰਹੇ ਹੋ, ਬਿਜ਼ਨਸ ਵੀ ਉਹ ਜਿਹਦੇ ਵਿੱਚ ਮੋਟਾ ਮੁਨਾਫਾ ਹੈ, ਤਾਂ ਯਾਰੀ ਦੋਸਤੀ ਦੇ ਉੱਤੇ ਪ੍ਰਭਾਵ ਤਾਂ ਨਹੀਂ ਪੈਂਦਾ ਪੈਸੇ ਦਾ ਜਦੋਂ ਫਸਲ ਵੇਚਦੇ ਹੋ? ਅਸੀਂ ਪੈਸਾ ਮੁੱਖ ਨਹੀਂ ਰੱਖਦੇ ਜੀ, ਯਾਰੀ ਦੋਸਤੀ ਨੂੰ ਪਹਿਲ ਦਿੰਦੇ ਆ ਜੀ। ਬਟ ਫਿਰ ਵੀ ਸਾਨੂੰ ਬਹੁਤ ਵਧੀਆ ਮੁਨਾਫਾ ਹੁੰਦਾ ਜੀ। ਅੱਛਾ ਜੀ। ਤੇ ਨਾਲੇ ਮਿਹਨਤ ਕਰਦੇ ਤੇ ਨਾਲੇ ਨਜ਼ਾਰੇ ਲੈਣੇ ਆ ਜੀ। ਅੱਛਾ, ਜਦੋਂ ਸ਼ੁਰੂ ਕੀਤੀ ਸੀ ਉਦੋਂ ਪਿੰਡ ਵਾਲੇ ਤਾਂ ਤੁਹਾਡੇ ਤੇ ਮੈਨੂੰ ਲੱਗਦਾ ਉਦੋਂ ਮਜ਼ਾਕ ਵੀ ਕਰਦੇ ਹੋਣਗੇ, ਟੀਚਰਾਂ ਵੀ ਕਰਦੇ ਹੋਣ ਵੀ ਇਹ ਤਾਂ ਫੁੱਲਾਂ ਦੇ ਵਪਾਰੀ ਬਣਨ ਲੱਗੇ ਨੇ, ਖਰੇ ਨਰਸਰੀ ਖੋਲ ਲਈ ਇਹਨਾਂ ਨੇ। ਹਾਂ ਕਰਦੇ, ਇੱਕ ਮਿੰਟ ਤਾਂ ਕਰਦੇ ਆ ਜੀ, ਪਰ ਉਹ ਹੱਥੀ ਵਾਲੀ ਤੁਰਦੇ ਜੀ ਅਸੀਂ। ਦੂਜੇ ਬਾਰਕਿੰਗ ਡੌਗ ਸੈਲਡਮ ਬਾਈਟ। ਤਾਂ ਹੁਣ ਸੰਤੁਸ਼ਟ ਹੋ ਇਸ ਪੂਰੀ ਫਸਲ ਤੋਂ, ਜਿਸ ਤਰੀਕੇ ਦਾ ਮੁਨਾਫਾ ਆ ਰਿਹਾ? ਬੱਲੇ ਬੱਲੇ ਜਮਾ ਆਨੰਦ ਆਈ। ਅੱਛਾ ਜੀ। ਕੀ ਬਾਤ ਹੈ। ਅੱਛਾ ਸੁਖਵਿੰਦਰ ਜੀ, ਕਦੀ ਆਪ ਨਹੀਂ ਸੋਚਿਆ ਵੀ ਅਸੀਂ ਪਤਾ ਕਰੀਏ ਵੀ ਕਿੱਦਾਂ ਅਮਰੀਕਾ ਨੂੰ ਇਹ ਬੀਜ ਭੇਜਿਆ ਜਾਂਦਾ? ਅਸੀਂ ਜਿਹੜੀ ਹੁਣ ਇਹਦੀ ਖੇਤੀ ਤਾਂ ਕਰ ਹੀ ਰਹੇ ਆ, ਤੇ ਕਿਸਾਨ ਤੋਂ ਇੱਕ ਵਪਾਰੀ ਵੀ ਉਸ ਤਰੀਕੇ ਦਾ ਬਣ ਜਾਈਏ ਜਿਹੜਾ ਇੰਟਰਨੈਸ਼ਨਲੀ ਵਪਾਰ ਵੀ ਕਰ ਸਕੀਏ। ਦੇਖੋ ਜੀ, ਸਮਾਂ ਲੱਗੂਗਾ, ਥੋੜਾ ਜਿਹਾ ਸਮਾਂ, ਹਜੇ ਨਵੇਂ ਆਏ ਆ, ਪਤਾ ਲੱਗੂਗਾ, ਖੋਜਾਂ ਕਰਾਂਗੇ ਕੀ ਇਹਦਾ ਹੈਗਾ, ਕਿੱਥੋਂ ਚੱਲਦਾ, ਕਿੱਥੇ ਜਾਣਾ, ਥੋੜੀ ਬਹੁਤੀ ਕਰਾਂਗੇ ਇਹਦੇ ਤੇ ਵੀ, ਮਤਲਬ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਜਾਰੀ ਆ। ਅੱਛਾ, ਇੱਕ ਗੱਲ ਮੈਂ ਬੜੀ ਵਧੀਆ ਤੁਹਾਡੀ ਨੋਟ ਕੀਤੀ, ਅੰਗਰੇਜ਼ੀ ਦੇ ਵਿੱਚ ਫੁੱਲਾਂ ਦੇ ਨਾਂ ਨੇ, ਕੋਈ ਨੀਦਰਲੈਂਡ ਦਾ ਫੁੱਲ ਹੈ, ਕੋਈ ਹਾਲੈਂਡ ਦਾ ਤੇ ਕੋਈ ਅਮਰੀਕਾ ਦਾ। ਤਾਂ ਬੇਸ਼ੱਕ ਇਹ ਦੇਸੀ ਭਰਾ ਸਾਡੇ ਕਿਸਾਨ ਨੇ, ਅੱਜ ਕਿਸਾਨ ਨੂੰ ਟੀਚਰ ਬੜੀ ਮਾਰਦੇ ਨੇ, ਦਿੱਲੀ ਦੀਆਂ ਬਰੂਹਾਂ ਤੇ ਵੀ ਕਿਸਾਨ ਬੈਠਾ, ਕਦੀ ਕਹਿ ਦਿੰਦੇ ਨੇ ਵੀ ਅੱਤਵਾਦੀ ਨੇ, ਵੱਖਵਾਦੀ ਨੇ, ਕਦੀ ਅਨਪੜ੍ਹ ਤੱਕ ਵੀ ਕਿਸਾਨਾਂ ਨੂੰ ਕਹਿ ਦਿੰਦੇ ਨੇ। ਤੇ ਮੈਨੂੰ ਲੱਗਦਾ ਜਿਹੜੇ ਕਿਸਾਨ ਵੀਰ ਸਾਡੇ ਅੰਗਰੇਜ਼ੀ ਦੇ ਵਿੱਚ ਨਾਂ ਦੱਸਦੇ, ਐ ਤੜ ਨਾਂ ਬੋਲੀ ਜਾਂਦੇ ਅੰਗਰੇਜ਼ੀ ਦੇ ਵਿੱਚ, ਸਿੱਖਣ ਨੂੰ ਕਿੰਨਾ ਕੁ ਸਮਾਂ ਲੱਗਾ ਸੀ ਇਹਨੂੰ ਇਸ ਪੂਰੀ ਖੇਡ ਨੂੰ ਸਮਝਣ ਲਈ, ਪੂਰੀ ਖੇਤੀ ਨੂੰ ਸਮਝਣ ਲਈ? ਸਮਾਂ ਤਾਂ ਨਹੀਂ ਜ਼ਿਆਦਾ ਲੱਗਿਆ ਜੀ। ਵੈਸੇ ਜਦੋਂ ਬੰਦਾ ਇਕਾਗਰ ਮਨ ਚਿੱਤ ਹੋ ਲਾ ਕੇ ਤੁਸੀਂ ਕਰਦੇ ਹੋ, ਜੋ ਵੀ ਕੰਮ ਕਰੋਗੇ, ਉਹ ਤੁਸੀਂ ਉਹਦੇ 'ਚ ਸਕਸੈਸ ਹੋ ਜਾਓਗੇ। ਹੁਣ ਦਿੱਲੀ ਦੇ ਵਿੱਚ ਬੈਠੇ ਕਿਸਾਨ ਵਿਚਾਰੇ, ਕਦੋਂ ਤੋਂ ਬੈਠੇ, 3-4 ਮਹੀਨੇ ਹੋ ਗਏ, ਬੜਾ ਉਹਨਾਂ 'ਤੇ, ਅਸੀਂ ਵੀ ਇੱਕ ਕਿਸਾਨ ਹੀ ਆ ਜੀ। ਦੇਖੋ, ਕਿਸਾਨ, ਤੁਸੀਂ ਇਹ ਸਮਝੋ ਵੀ ਇੰਨੀ ਮਿਹਨਤ, ਇੰਨੀ ਕਿਸਾਨ ਦੀ ਮਿਹਨਤ ਆ, ਤੁਸੀਂ ਇਹਦਾ ਤਾਂ ਮੈਂ ਕਹਿੰਦਾ ਵੀ ਰੱਬ ਦੇ ਬਰਾਬਰ ਇਹਨੂੰ ਵੀ ਪੂਜਣਾ ਚਾਹੀਦਾ, ਕਿਸਾਨ ਨੂੰ, ਜਿਹੜਾ ਦੇਸ਼ ਦਾ ਅੰਨ ਭਰਦਾ। ਹਰੇਕ ਪਰਿਵਾਰ ਨੂੰ ਅਨਾਜ, ਰੋਟੀ ਵੀ ਖਾਂਦੇ ਆ ਜੀ, ਚਾਵਲ ਖਾਂਦੇ ਆ। ਮੈਂ ਕਹਿੰਦਾ ਵੀ ਇਹਨੂੰ ਮਤਲਬ ਸਲੂਟ ਆ ਕਿਸਾਨ। ਬਿਲਕੁਲ ਸਲੂਟ ਹੈ। ਅੱਛਾ ਅਮਨਦੀਪ ਜੀ, ਆਪਾਂ ਫਸਲਾਂ ਦੇ ਬਾਰੇ ਵੀ ਜਾਣਕਾਰੀ ਲਈ, ਹੋਰ ਫੁੱਲਾਂ ਦੀਆਂ ਵੈਰਾਈਟੀਆਂ ਬਾਰੇ ਵੀ ਜਾਣਕਾਰੀ ਲਵਾਂਗੇ। ਆਪਾਂ ਚਾਹੁੰਦੇ ਹਾਂ ਵੀ ਇੱਕ ਵਾਰੀ ਉਹ ਪ੍ਰੋਸੀਜਰ ਵੀ ਦਿਖਾਈਏ ਵੀ ਕਿਵੇਂ ਇਹਦਾ ਬੀਜ ਟੁੱਟ ਕੇ ਬਾਲਟੀਆਂ ਵਿੱਚ ਪੈ ਕੇ ਉਸ ਤੋਂ ਬਾਅਦ ਫਿਰ ਕਿਵੇਂ ਬੀਜ ਤੁਸੀਂ ਤਿਆਰ ਕਰਦੇ ਹੋ। ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਉਹ ਚੀਜ਼ ਵੀ, ਪ੍ਰਕਿਰਿਆ, ਫਾਈਨਲ ਪ੍ਰਕਿਰਿਆ ਜਿਹੜੀ ਹੈਗੀ ਹੈ ਇਸ ਖੇਤੀਬਾੜੀ ਦੀ ਦਿਖਾਉਣ ਦੀ, ਵੀ ਕਿਵੇਂ ਖੇਤ ਦੇ ਵਿੱਚ ਬੀਜਣ ਤੋਂ ਲੈ ਕੇ ਫੁੱਲਾਂ ਦੀ ਤੜਾਈ ਤੋਂ ਲੈ ਕੇ ਅੱਗੇ ਬੀਜ ਤਿਆਰ ਕਰਕੇ ਅੱਗੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਵੇਚਿਆ ਜਾਂਦਾ, ਤੇ ਇਹੀ ਬੀਜ ਫਿਰ ਕਿਵੇਂ ਅਮਰੀਕਾ, ਨੀਦਰਲੈਂਡ, ਹਾਲੈਂਡ ਵਰਗੀਆਂ ਕੰਟਰੀਆਂ ਦੇ ਵਿੱਚ ਪਹੁੰਚਾਇਆ ਜਾਂਦਾ। ਤਾਂ ਆਓ ਫਿਰ ਦੇਖਦੇ ਹਾਂ ਇਸ ਦੀ ਬੀਜ ਦੇ ਪਕਾਉਣ ਦੀ ਪ੍ਰਕਿਰਿਆ ਵੀ। ਤਾਂ ਫੁੱਲਾਂ ਦੀ ਤੁੜਾਈ ਤੋਂ ਬਾਅਦ ਇਹਦੀ ਪ੍ਰਕਿਰਿਆ ਬੀ ਤੱਕ ਕਿਵੇਂ ਚੱਲਦੀ ਹੈ? ਪਰਮਜੀਤ ਸਿੰਘ ਸਾਡੇ ਨਾਲ ਨੇ। ਪਰਮਜੀਤ ਜੀ, ਇਹ ਜਿਵੇਂ ਹੁਣ ਬਾਲਟੀ ਦੇ ਵਿੱਚ ਫੁੱਲ ਤੋੜ ਕੇ ਆਏ ਆ, ਤਾਂ ਕਿਵੇਂ ਇਹਦੀ ਜਿਹੜੀ ਹੈ ਸੁਕਾਈ ਚੱਲਦੀ ਹੈ, ਫਿਰ ਐਂਡ ਤੇ ਬੀ ਕਿਵੇਂ ਨਿਕਲਦਾ? ਹਾਂਜੀ, ਇਹ ਜਿਹੜਾ ਫੁੱਲ ਆ ਜੀ, ਇਹਨੂੰ ਪਹਿਲਾਂ ਇੱਕ ਵਾਰ ਛਾਵੇਂ ਸਿੱਟਿਆ ਜਾਂਦਾ ਜੀ, ਇੱਕ ਦਿਨ ਰਾਤ ਇਹ ਛਾਵੇਂ ਰਹੂਗਾ, ਉਸ ਤੋਂ ਬਾਅਦ ਇਹਦਾ ਛਾਣਨਾ ਲੱਗ ਜਾਂਦਾ ਜੀ, ਉਹਦਾ ਬੀ ਕੁਛ ਅਲੱਗ ਹੋ ਜਾਂਦਾ, ਪੱਕਿਆ ਹੋਇਆ ਬੀਜ। ਉਸ ਤੋਂ ਬਾਅਦ ਇਹ ਦੂਸਰੇ ਦਿਨ ਅਗਲੇ ਜਗ੍ਹਾ ਤੇ ਚਲਾ ਜਾਂਦਾ, ਜਿਹਦੇ 'ਚ ਥੋੜ੍ਹੀ 2 ਘੰਟੇ ਧੁੱਪ ਲੱਗਦੀ ਹੈ ਜੀ। ਅੱਛਾ।
ਉਸ ਤੋਂ ਬਾਅਦ ਫਿਰ ਇਹਨੂੰ ਇੱਕ ਵਾਰ ਛਾਣ ਨਾਲ ਲਾਇਆ ਜਾਂਦਾ ਜੀ, ਫਿਰ ਇਹ ਤੀਸਰੀ ਜਗ੍ਹਾ ਤੇ ਚੱਲਿਆ ਜਾਂਦਾ ਜੀ, ਜਿਹਨੂੰ ਇਹ 2 ਦਿਨ ਧੁੱਪ ਲੱਗਦੀ ਆ। ਅੱਛਾ, ਜਿਵੇਂ ਆ ਤੁਸੀਂ ਪਾਏ ਆ, ਇਹ ਕਿੰਨਵੇਂ ਦਿਨ ਦਾ ਫੁੱਲ ਹੈ? ਉਹ ਤੋਂ ਅੱਗੇ ਢੇਰੀ ਜਿਹੜੀ ਕਿੰਨਵੇਂ ਦਿਨ ਦੀ ਹੈ? ਇਹ ਦੂਸਰੇ ਦਿਨ ਦੀ ਢੇਰੀ ਹੋ ਗਈ ਜੀ ਇਹ। ਅੱਛਾ ਜੀ। ਹਾਂਜੀ, ਇਹਦੇ ਵਿੱਚੋਂ ਫੇਰ ਛਾਣ ਨਾਲ ਲਾ ਕੇ ਜਿਹੜਾ ਬੀਜ ਆ ਅਲੱਗ ਕੱਢਿਆ ਗਿਆ ਜੀ ਉਹ, ਤੇ ਉਸ ਤੋਂ ਬਾਅਦ ਫਿਰ ਤੀਸਰੀ ਜਗ੍ਹਾ ਤੇ ਚੱਲਿਆ ਜਾਂਦਾ ਜੀ। ਇਹ ਆ ਗਈ ਤੀਸਰੀ ਸਟੇਜ ਆ ਗਈ ਇਹਦੀ। ਹਾਂਜੀ, ਇਹ ਤੀਸਰੀ ਸਟੇਜ ਤੇ ਇਹਨੂੰ ਫੇਰ ਛਾਣ ਨਾਲ ਲਾਇਆ ਗਿਆ, ਔਰ ਇਹ ਇਸ ਟਾਈਮ ਤੇ ਬਿਲਕੁਲ ਸੁੱਕ ਕੇ ਬੀ ਆ ਜਿਹੜਾ ਪੂਰਾ ਝੜ ਚੁੱਕਿਆ ਜੀ। ਅੱਛਾ, ਇਹ ਜਿਹੜਾ ਬੀ ਹੈ ਇਹ ਹੁਣ ਬਿਲਕੁਲ ਤਿਆਰ ਹੈ? ਹਾਂਜੀ, ਇਹਦੇ ਵਿੱਚੋਂ ਬੀ ਪੂਰਾ ਨਿਕਲ ਚੁੱਕਿਆ। ਉਸ ਤੋਂ ਬਾਅਦ ਇਹਨੂੰ ਫੇਰ ਇੱਕ ਵਾਰ ਛਾਣ ਨਾਲ ਲਾ ਕੇ ਜਿਹੜਾ ਬੀਜ ਆ ਉਹ ਅਲੱਗ ਆ ਚੌਥੀ ਜਗ੍ਹਾ ਤੇ ਚਲਿਆ ਗਿਆ ਜੀ। ਅੱਛਾ, ਇਹ ਪ੍ਰੋਸੀਜਰ ਸਾਰਾ ਤੁਸੀਂ ਆਪ ਹੀ ਕਰਵਾਉਂਦੇ ਹੋ? ਆਪਣੀ ਤੁਹਾਡੀ ਜਿਹੜੀ ਲੇਬਰ ਆ ਉਹ ਹੀ ਕਰਦੀ ਹੈ? ਹਾਂਜੀ, ਇਹ ਹੁਣ ਇਹਨੂੰ ਇੱਕ ਵਾਰ ਫੇਰ ਧੁੱਪ ਤੋਂ ਬਾਅਦ ਛਾਣ ਨਾਲ ਲੱਗੂਗਾ ਜੀ। ਉਸ ਤੋਂ ਬਾਅਦ ਇਹਨੂੰ ਛੱਜ ਦੇ ਨਾਲ ਥੋੜਾ ਉੱਪਰ ਰੱਖ ਕੇ ਹਵਾ ਦੇ ਵਿੱਚ ਉਡਾਇਆ ਜਾਊਗਾ, ਉਡਾ ਕੇ ਦਾ ਬੀਜ ਅਲੱਗ ਹੋ ਜੂ, ਜੋ ਹੌਲਾ ਪੱਤਾ ਉਹ ਅਲੱਗ ਹੋ ਜੂਗਾ ਜੀ। ਉਸ ਤੋਂ ਬਾਅਦ ਇਸ ਬੀਜ ਨੂੰ ਅਸੀਂ ਇਹ ਲਾਸਟ ਸਟੇਜ ਦੇ ਵਿੱਚ ਆਹ ਥੈਲੇ ਦੇ ਵਿੱਚ ਪਾ ਦਿੱਤਾ ਗਿਆ ਜੀ। ਅੱਛਾ, ਇਹ ਮੈਂ ਦੇਖ ਰਿਹਾ ਵੀ ਆ, ਜੇ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਨੇੜਿਓਂ ਦਿਖਾਵਾਂ ਤਾਂ ਜਿਵੇਂ ਆਪਾਂ ਘਰਾਂ ਦੇ ਵਿੱਚ ਮਸਾਲੇ ਦੇ ਵਿੱਚ ਜੀਰਾ ਪਾਉਂਦੇ, ਸਬਜ਼ੀਆਂ ਦੇ ਵਿੱਚ ਜਾਂ ਦਾਲਾਂ 'ਚ ਜਿਹੜਾ ਜੀਰਾ ਪਾਉਂਦੇ ਆ, ਸੇਮ ਉਹੀ ਚੀਜ਼ ਹੈ। ਔਰ ਪਿਛਲੋਂ ਪ੍ਰੋਸੀਜਰ ਦੇਖਿਆ ਕਿਵੇਂ ਉਹ ਫੁੱਲਾਂ ਦੇ ਛੋਟੇ ਛੋਟੇ ਬੀਜ ਦਾ ਇੱਕ ਜਿਵੇਂ ਗੰਢ ਹੁੰਦੀ ਹੈ, ਗੰਢ ਤੋਂ ਲੈ ਕੇ ਕਿਵੇਂ ਐਂਡਲੇ ਪ੍ਰੋਸੀਜਰ ਤੱਕ ਇਹ ਪਹੁੰਚ ਗਿਆ, ਜਿਹੜਾ ਜੀਰੇ ਨੂੰਮਾ ਇਹ ਫੁੱਲਾਂ ਦਾ ਬੀਜ ਆ। ਔਰ ਇਹੀ ਫੁੱਲ ਅਮਰੀਕਾ ਵਰਗੀਆਂ ਕੰਟਰੀਜ਼ ਦੇ ਵਿੱਚ ਵੀ ਭੇਜਿਆ ਜਾਂਦਾ ਹੈ, ਔਰ ਮੋਟਾ ਮੁਨਾਫਾ ਅੱਜ ਇਹ ਕਿਸਾਨ ਵੀਰ ਭਰਾ ਕਮਾ ਰਹੇ ਨੇ। ਵੱਡੀ ਗੱਲ ਹੈ ਕਿ ਦੋਸਤੀ ਇਹਨਾਂ ਦੀ ਬਰਕਰਾਰ ਹੈ। ਇਹ ਮੈਂ ਥੈਲੇ ਦੀ ਗੱਲ ਕਰਾਂ ਤਾਂ ਆਮ ਆਪਾਂ ਬੋਰੇ ਦੇਖਦੇ ਹਾਂ ਪਲਾਸਟਿਕ ਦੇ ਜਾਂ ਰੇਹ ਵਾਲੇ ਖਾਦਾਂ ਵਾਲੇ ਬੋਰੇ, ਇਹ ਕੱਪੜੇ ਦਾ ਤੁਸੀਂ ਇਹਨੂੰ ਵਰਤੋਂ ਕੀਤੀ, ਇਹਦਾ ਕੀ ਕਾਰਨ ਹੈ? ਹਾਂਜੀ, ਇਹ ਸਾਨੂੰ ਇਹ ਜਿਹੜਾ ਥੈਲਾ ਜੀ ਕਾਟਨ ਦਾ, ਇਹ ਸਾਨੂੰ ਕੰਪਨੀ ਦੇ ਰਹੀ ਹੈ ਜੀ। ਅੱਛਾ, ਜੇ ਅਸੀਂ ਇਹਨੂੰ ਪਲਾਸਟਿਕ ਦੇ ਵਿੱਚ ਜਾਂ ਹੋਰ ਚ ਪਾਉਂਦੇ ਹਾਂ ਤਾਂ ਇਹਦੀ ਜਿਹੜੀ ਜਰਮੀਨੇਸ਼ਨ ਆ ਉਹ ਖਤਮ ਹੋ ਜਾਂਦੀ ਹੈ ਜੀ। ਅੱਛਾ, ਹਾਂਜੀ, ਅੱਛਾ, ਮਤਲਬ ਇਹਦੇ ਵਿੱਚ ਹੀ ਇਹ ਸੇਫ ਰਹਿੰਦਾ? ਇਹਦੇ ਚ ਹੀ ਸੇਫ ਰਹੂਗਾ ਜੀ। ਇਹ ਜਿਵੇਂ ਹੁਣ ਤੁਸੀਂ ਬੀਜ ਤਿਆਰ ਕਰ ਦਿੱਤਾ, ਇਹ ਕਿੰਨੇ ਦਿਨਾਂ ਬਾਅਦ ਹੁਣ ਵਿਕੇਗਾ ਜਾਂ ਕਿੰਨੇ ਦਿਨ ਬਾਅਦ ਵਪਾਰੀ ਲੈਣ ਆਉਂਦੇ? ਆ ਇੱਕ ਥੈਲਾ ਹੋ ਗਿਆ ਸੀ, ਇੱਕ ਲੈ ਜਾਈਏ ਤਾਂ ਸਾਡਾ ਇੱਕ ਵੀ ਵਿਕ ਜੂਗਾ। ਅੱਛਾ, ਹਾਂਜੀ, ਵੈਸੇ ਸਾਡੇ ਹੁਣ ਜ਼ਿਆਦਾ ਲੱਗੇ ਹੋਣ ਦੇ ਕਾਰਨ ਅਸੀਂ ਕਾਫੀ ਥੈਲੇ ਲੈ ਕੇ ਜਾਵਾਂਗੇ ਜੀ। ਅੱਛਾ, ਇਹ ਜੇ ਮੈਂ ਥੈਲੇ ਦੀ ਗੱਲ ਕਰਾਂ ਤਾਂ ਕਿੰਨੇ ਦਾ ਥੈਲਾ ਵਿਕਣਾ ਇਹ ਹੈ? 50 ਕਿਲੋ ਦਾ ਥੈਲਾ ਜੀ, 1100 ਰੁਪਈਆ ਕਿਲੋ ਦਾ ਰੇਟ ਆ ਜੀ ਇਹਦਾ। ਅੱਛਾ, ਹਾਂਜੀ, ਇਹ ਤਾਂ ਫਿਰ ਮੈਨੂੰ ਲੱਗਦਾ ਸਿੱਧੇ 50,000 ਤੋਂ ਉੱਪਰੋਂ ਇਹ ਟੱਪ ਗਿਆ ਇਹਨਾਂ ਹਾਂਜੀ, ਵੀ। ਉੱਪਰ ਹੋ ਗਿਆ ਜੀ। ਤੇ ਇੰਨੀ ਕਣਕ ਪਾਈ ਹੋਵੇ ਤਾਂ ਮੈਨੂੰ ਲੱਗਦਾ ਵੀ ਉਹ 200-300 ਦੀ ਚਲੋ 50 ਕਿਲੋ ਹੀ ਕਣਕ ਹੋਊਗੀ ਜੀ ਇੰਨੀ, ਤਾਂ ਦੇਖ ਲਓ ਉਹ 50 ਕਿਲੋ ਕਣਕ ਤਾਂ 1000 ਰੁਪਏ ਦੀ ਹੋ ਗਈ ਜੀ, 2000 ਦਾ ਰੇਟ ਆ ਤਾਂ। ਹਾਂ, ਸਰਕਾਰ ਸਾਨੂੰ ਦਿੰਦੀ ਕੁਛ ਨਹੀਂ। ਸਰਕਾਰ ਦਿੰਦੀ ਕੁਛ ਨਹੀਂ ਜੀ। ਤਾਂ ਇਹ ਸਿਰਫ ਸਿੱਧੀ ਇੱਕ ਉਦਾਹਰਨ ਹੈ। ਇਹ 50 ਕਿਲੋ ਦਾ ਥੈਲਾ ਹੋਊਗਾ ਔਰ 1100 ਰੁਪਈਆ ਇਹਦੀ ਕਿਲੋ ਦੀ ਕੀਮਤ ਹੈ। ਲਗਭਗ 51,000 ਰੁਪਏ ਦੀ ਇਹਦੇ ਵਿੱਚ ਫਸਲ ਪਈ ਹੈ ਸਿਰਫ ਇੰਨੇ ਬੋਰੇ ਦੇ ਵਿੱਚ। ਜੇ ਇੰਨੀ ਕਣਕ ਲੈ ਕੇ ਤੁਸੀਂ ਵੇਚਣ ਜਾਓ ਤਾਂ ਮੈਨੂੰ ਲੱਗਦਾ ਨੇ ਵੀ 200, 400, 500 ਤੱਕ, ਵੱਧ ਤੋਂ ਵੱਧ 600 ਰੁਪਏ ਤੱਕ ਇਹ ਜਿਹੜੀ ਕਣਕ ਉਹ ਵਿਕਦੀ ਹੋਵੇਗੀ। ਤਾਂ ਅੰਦਾਜ਼ਾ ਤੁਸੀਂ ਇਸ ਫਸਲ ਦੀ ਜਿਹੜੀ ਮੁਨਾਫਾ ਉਸ ਦਾ ਅੰਦਾਜ਼ਾ ਤੁਸੀਂ ਸਾਫ਼ ਤੌਰ ਦੇ ਉੱਤੇ ਲਗਾ ਸਕਦੇ ਹੋ। ਇਹ ਸਾਰਾ ਪ੍ਰੋਸੀਜਰ ਤੁਹਾਨੂੰ ਦਿਖਾਇਆ, ਪਰ ਫੁੱਲਾਂ ਦੀਆਂ ਵੈਰਾਈਟੀਜ਼ ਅਜੇ ਹੋਰ ਵੀ ਨੇ। ਤੁਸੀਂ ਲਗਾਤਾਰ ਬਣੇ ਰਹੋ, ਆਪਾਂ ਤੁਹਾਨੂੰ ਉਹ ਤਸਵੀਰਾਂ ਵੀ ਅਗਲੀਆਂ ਦਿਖਾਉਂਦੇ ਹਾਂ ਤੇ ਚੱਲਦੇ ਹਾਂ ਉਸ ਖੇਤ ਦੇ ਵਿੱਚ ਜਿੱਥੇ ਹੋਰ ਵੈਰਾਈਟੀਆਂ ਫੁੱਲਾਂ ਦੀਆਂ ਬੀਜੀਆਂ ਹੋਈਆਂ ਨੇ। ਤਾਂ ਇੱਕ ਹੋਰ ਖੇਤ ਦੇ ਵਿੱਚ ਖੜੇ ਆ, ਉੱਥੇ ਵੀ ਇੱਕ ਫੁੱਲ ਬਹੁਤ ਦੇਖਣ ਨੂੰ ਵੀ ਖੂਬਸੂਰਤ ਹੈ, ਫਲੀਆਂ ਲੱਗੀਆਂ ਨੇ, ਉਸ ਨੂੰ ਇਹਦੀ ਜਾਣਕਾਰੀ ਲੈਂਦੇ ਆ। ਸਰ, ਇਹ ਜਿਹੜਾ ਫੁੱਲ ਦਾ ਨਾਮ ਕੀ ਹੈ ਔਰ ਇਹਦੇ ਵਿੱਚ ਜਿਹੜਾ ਤੁਸੀਂ ਬੀ, ਤੁਹਾਡੀ ਤਾਂ ਫਸਲ ਬੀ ਹੋ ਗਿਆ ਵੀ ਜਿਹੜੇ ਤੁਸੀਂ ਵੇਚਣੀ ਹੈ ਅੱਗੇ, ਕਿਵੇਂ ਕਾਸ਼ਤ ਹੁੰਦੀ ਹੈ ਇਹਦੀ? ਇਹਨੂੰ ਲੂਪਨ ਟਾਲ ਕਹਿੰਦੇ ਆ ਜੀ। ਇਹ ਵੀ ਸਿੱਧਾ ਸੀਡ ਬੀਜਿਆ ਜਾਂਦਾ ਜੀ, ਅੱਛਾ ਜੀ, ਬੀ ਲੱਗਦਾ ਇਹਦਾ। ਤੇ ਇਹ 24,000 ਰੁਪਏ ਕੁਆਂਟਲ ਦਾ ਰੇਟ ਆ, 5 ਕੁਆਂਟਲ ਇਹ ਕਿੱਲੇ ਦਾ ਨਿਕਲ ਆਉਂਦਾ ਜੀ। ਅੱਛਾ, ਇਹਦੇ ਤੋਂ ਖਰਚਾ ਕਿੰਨਾ ਆਉਂਦਾ ਬੀਜਣ ਤੇ ਫਿਰ? ਇਹ ਆਪਣਾ ਬੀ ਫ੍ਰੀ ਆ ਜੀ ਕੰਪਨੀ ਵੱਲੋਂ। ਅੱਛਾ, ਬੀ ਤੇ ਕੋਈ ਖਰਚਾ ਨਹੀਂ ਸਾਡਾ, ਮਿਹਨਤ ਦਾ ਖਰਚਾ, ਗੋਡੀ ਵਗੈਰਾ ਜੋ ਦਵਾਈ ਬੂਟੀ ਹੈ ਸਾਰੀ ਉਹ ਕੰਪਨੀ ਸਾਨੂੰ ਦਿੰਦੀ ਹੈ, ਪਰ ਬਾਅਦ ਚ ਉਹ ਪੈਸੇ ਕੱਟੇ ਜਾਂਦੇ ਆ ਜੀ ਉਹਦੇ ਵਿੱਚ। ਅੱਛਾ, ਮੈਨੂੰ ਇਹ ਗੱਲ ਦੱਸਿਓ ਵੀ ਇਸ ਜਿਹੜੀ ਇਹ ਫਸਲ ਹੈ ਇਹਦੇ ਉੱਤੇ ਸਪਰੇਆਂ ਕਰਨ ਦੀ ਲੋੜ ਵੀ ਪੈਂਦੀ ਹੈ ਜਿਵੇਂ ਆਪਾਂ ਕਣਕ ਝੋਨੇ ਨੂੰ ਕਰਦੇ ਹਾਂ? ਹਾਂਜੀ, ਸਪਰੇਅ ਦੀ ਲੋੜ ਪੈਂਦੀ ਆ। ਇਹ ਪਹਿਲਾਂ ਜਦੋਂ ਉੱਗੇ ਆਉਂਦੀ ਹੈ ਜੀ ਇਹ ਤੇ ਕੋਈ ਜਾਂਦੀ ਗੁੱਲੀ ਡੰਡਾ ਵਗੈਰਾ ਜਾਂ ਨਦੀਨ ਤੋਂ ਕੋਈ ਸਪਰੇਅ ਨਹੀਂ ਹੋਣੀ, ਗੋਡੀ ਹੋਣੀ ਹੈ ਜੀ। ਉਸ ਤੋਂ ਬਾਅਦ ਠੰਡ ਤੋਂ ਬਚਾਉਣ ਦੀ ਖਾਤਰ ਕੁਝ ਦਵਾਈਆਂ ਆਉਂਦੀਆਂ ਉਹ ਪਾਈਆਂ ਜਾਂਦੀਆਂ ਜੀ। ਫਿਰ ਕੋਈ ਘਾਟ ਪੈਂਦੀ ਆ ਉਹਦੇ ਵਾਸਤੇ ਵੀ ਹੁੰਦੀ ਆ, ਸੁੰਡੀ ਤੋਂ ਵੀ 2 ਜਾਂ 3 ਸਪਰੇਆਂ ਸੁੰਡੀ ਤੇਲੇ ਤੋਂ ਹੁੰਦੀਆਂ ਜੀ ਇੱਥੇ। ਅੱਛਾ, ਇਹਦੇ ਵਿੱਚ ਆ ਜਿਹੜੀ ਫਲੀ ਹੈ ਇਹ ਹੁਣ ਤਿਆਰ ਹੋ ਗਿਆ, ਇਹਦੇ ਵਿੱਚੋਂ ਬੀ ਨਿਕਲਣਾ? ਜਿਹੜੀ ਇਹ ਫਲੀ ਹੈ ਜੀ ਇਸ ਟਾਈਮ ਤੇ ਹਰੇ ਰੰਗ ਦੀ ਹੈ ਜੀ। ਜਦੋਂ ਇਹ ਥੋੜੀ ਬਰਾਊਨ ਹੋ ਗਈ
ਡਿਸਕ ਕਲਰ ਹੋ ਗਈ ਜੀ ਇਹ, ਉਸ ਟਾਈਮ ਤੇ ਇਹ ਉਨੀ ਲਗਰ ਕੱਟੀ ਜਾਊਗੀ। ਅੱਛਾ, ਜਿਵੇਂ ਆ ਜਿਹੜੀ ਬਰਾਊਨ ਹੋਈ ਪਈ ਹੈ ਇਹ ਪੱਤੇ ਨੇ ਜਾਂ ਪੱਤੇ ਬਰਾਊਨ ਹੋਇਆ ਜੀ, ਜੇ ਫਲੀ ਨਹੀਂ ਫਲੀ ਹੈ, ਇਹ ਸਾਈਜ਼ ਫੁੱਲ ਹੋ ਗਿਆ ਜੀ। ਅੱਛਾ, ਇਹ ਡਿਸਕ ਕਲਰ ਹੋਊਗੀ, ਇਹਦੀ ਉਨੀ ਲਗਰ ਆ ਜਿਹੜੀ ਇਹ ਕੱਟੀ ਜਾਊ, ਕੱਟ ਕੇ ਤੇ ਧੁੱਪ ਦੇ ਵਿੱਚ ਸਿੱਟੀ ਜਾਊਗੀ। ਉੱਪਰ ਇਹਦੇ ਸਾਨੂੰ ਮੱਛਰਦਾਨੀ ਪਾਉਣੀ ਪੈਂਦੀ ਹੈ ਜੀ, ਕਿਉਂਕਿ ਜਦੋਂ ਇਹਦੀ ਫਲੀ ਖੁੱਲਦੀ ਆ ਤਾਂ ਦਾਣੇ ਆ ਜਿਹੜੇ ਦੂਰ ਤੱਕ ਵੜਕ ਜਾਂਦੇ ਆ ਜੀ। ਅੱਛਾ, ਹਾਂਜੀ, ਉਹਦਾ ਕੀ ਕਾਰਨ ਹੈ? ਗਰਮੈਸ਼ ਇਹਦੇ ਵਿੱਚ ਇਦਾਂ ਦੀ ਹੈ ਜਾਂ ਨਾ ਜੀ, ਇਹਦੀ ਜੋ ਫਲੀ ਖੁੱਲਦੀ ਹੈ ਬਟਾ ਆਉਂਦਾ ਜੀ, ਉਹਨੂੰ ਫਲੀ ਨੂੰ ਆਟੋਮੈਟਿਕ ਬਟਾ ਆਉਂਦਾ ਕੁਦਰਤੀ। ਉਹ ਬਟਾ ਆਉਣ ਦੇ ਨਾਲ ਉਹ ਜਿਹੜੇ ਦਾਣੇ ਆ ਦੂਰ ਵੜਕਦੇ ਆ, ਉਹਨਾਂ ਦਾ ਪਹਿਲਾਂ ਹੀ ਕਿਹਾ ਵੀ ਇਹਨੂੰ ਪੱਲੜ ਦੇ ਉੱਪਰ ਪਾ ਕੇ ਉੱਪਰ ਦੀ ਇੱਕ ਮੱਛਰਦਾਨੀ ਪਾਈ ਜਾਵੇ, ਜਿਹਦੇ ਨਾਲ ਇਹ ਜਿਹੜਾ ਦਾਣਾ ਦੂਰ ਨਾ ਚੱਲਿਆ ਜਾਵੇ। ਅੱਛਾ, ਇੱਕ ਸਵਾਲ ਹੋਰ ਹੈ ਅਮਨਦੀਪ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਇੱਕ ਹੋਰ ਫਸਲ ਹੈ ਨਾਲ, ਜਿਵੇਂ ਆਪਾਂ ਕਈ ਵਾਰ ਮੀਂਹ ਝੱਖੜ ਹਨੇਰੀ ਆ ਜਾਂਦੀ ਹੈ ਤੇ ਆਪਾਂ ਕਣਕ ਦਾ ਸਿੱਧਾ ਹਿਸਾਬ ਲਾਈਏ, ਝੋਨੇ ਦਾ ਲਾਈਏ, ਉਹ ਡਿੱਗ ਜਾਂਦਾ, ਫਸਲ ਖਰਾਬ ਹੋ ਜਾਂਦੀ ਹੈ। ਮੀਂਹ ਝੱਖੜ ਹਨੇਰੀ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਇਸ ਫਸਲ ਨੂੰ? ਹਾਂਜੀ ਸਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ ਵੀ ਇਹ ਨਾ ਰੇਤਲੀ ਮਿੱਟੀ ਜਿਹੜੇ ਹੁੰਦੀ ਹੈ ਨਾ, ਰੇਤੇ ਵਾਲੇ ਬਾਣ ਜ਼ਿਆਦੇ, ਉੱਥੇ ਇਹ ਜ਼ਿਆਦਾ ਹੁੰਦਾ ਫੁੱਲ। ਜੇ ਤੁਸੀਂ ਆਖੋ ਵੀ ਡਾਕਰ ਬਾਣਾਂ ਵਿੱਚ, ਉੱਥੇ ਨਹੀਂ ਇਹ ਕਾਮਯਾਬ, ਕਿਉਂਕਿ ਜੇ ਮੀਂਹ ਪੈ ਗਿਆ, ਤੁਸੀਂ ਪਾਣੀ ਲਾਤਾ, ਬੂਟੇ ਡਿਸਕਲਰ ਦੇ ਪੀਲੇ ਪੈ ਜਾਂਦੇ ਜੀ। ਅੱਛਾ, ਜਿਹੜਾ ਇਹ ਆ ਕ੍ਰੈਂਥਸ ਕਹਿੰਦੇ ਜੀ। ਹਾਂ, ਇਹਦੇ ਬਾਰੇ ਥੋੜੀ ਜਾਣਕਾਰੀ ਦੱਸ ਦਿਓ, ਕਿਉਂਕਿ ਇਹ ਅਲੱਗ-ਅਲੱਗ ਤਰੀਕੇ ਦੀਆਂ ਵੈਰਾਈਟੀਆਂ ਨੇ, 8 ਤੋਂ 9 ਵੈਰਾਈਟੀਜ਼ ਇਹਨਾਂ ਦੇ ਵੱਲੋਂ ਬੀਜੀਆਂ ਗਈਆਂ ਨੇ, ਔਰ ਇਹੀ ਫੁੱਲਾਂ ਦੇ ਬੀਜ ਜਿਹੜੇ ਆ ਉਹ ਅਮਰੀਕਾ ਤੱਕ, ਹਾਲੈਂਡ ਤੱਕ, ਨੀਦਰਲੈਂਡ ਤੱਕ ਵੇਚੇ ਜਾਂਦੇ ਨੇ। ਇਹ ਕਿਹੜਾ ਫੁੱਲ ਹੈ ਜੀ ਔਰ ਕਿੱਦਾਂ ਇਹਦੀ ਕਾਸਟ ਕਰਦੇ ਹੋ? ਹਾਂਜੀ, ਇਹ ਸੇਮ ਮਤਲਬ ਜਿਹੜੀ ਕਾਸਟ ਉਵੇਂ ਹੀ ਹੁੰਦੀ ਆ, ਇਹਨੂੰ ਕ੍ਰੈਂਥਸ ਕਹਿੰਦੇ ਆ ਜੀ। ਅੱਛਾ ਜੀ। ਤੇ ਇਹਦਾ ਮਤਲਬ ਹੁਣ ਤੁਸੀਂ ਇਹ ਦੇਖ ਲਓ ਵੀ ਇਹ ਵੀ ਖਾਲੀਆਂ ਦੇ ਵਿੱਚ ਹੀ ਲੱਗਿਆ ਵਾ, ਪਾਣੀ ਦੀ ਬਚਤ ਆ, ਲਗਭਗ ਇਹ 2 ਕੁਇੰਟਲ ਦੇ ਨਿਕਲੇ ਆਉਂਦਾ ਜੀ। ਇਹ ਬਹੁਤ ਸੋਹਣੇ ਛੋਟੇ ਛੋਟੇ ਤਿਤਲੀਆਂ ਵਰਗੇ ਫੁੱਲ ਲੱਗੇ ਹੋਏ ਨੇ। ਇਹਨਾਂ ਫੁੱਲਾਂ ਦੇ ਬਾਰੇ ਵੀ ਜਾਣਕਾਰੀ ਲੈਣੇ ਆ। ਅਮਨਦੀਪ ਜੀ, ਇਹ ਕਿਹੜਾ ਫੁੱਲ ਹੈ ਔਰ ਕਿਵੇਂ ਇਹਦੀ ਕਾਸ਼ਤ ਹੁੰਦੀ ਹੈ, ਮੁਨਾਫਾ ਕਿੰਨਾ? ਹਾਂਜੀ ਸਰ, ਇਹਨੂੰ ਕ੍ਰੈਂਥਸ ਕਹਿੰਦੇ ਆ। ਇਹਦੇ 'ਚ ਸਮੈਲ ਵੀ ਤੁਹਾਨੂੰ ਪਤਾ ਤੁਹਾਨੂੰ ਆ ਰਹੀ ਹੋਊਗੀ, ਬਹੁਤ ਵਧੀਆ ਇਹਦੇ 'ਚ ਸਮੈਲ ਆ ਰਹੀ ਹੈ। ਇਹਦਾ ਲਗਭਗ 4 ਕੁਇੰਟਲ ਨਿਕਲਦਾ ਜੀ, ਤੇ 4000 ਰੁਪਈਆ ਰੇਟ ਹੈ ਜੀ ਇਹਦਾ। 40,000 ਰੁਪਈਆ ਰੇਟ, ਸੌਰੀ। ਅੱਛਾ, 40,000 ਰੁਪਈਆ ਕੁਇੰਟਲ ਦਾ ਰੇਟ ਹੈ, ਤੇ 4 ਕੁਇੰਟਲ 4 ਤੀਆ 12, ਜੇ ਕਿੱਲੇ ਦੀ ਗੱਲ ਕਰੀਏ ਤਾਂ 6 ਮਹੀਨੇ 1,20,000 ਦੀ ਫਸਲ ਹੁੰਦੀ ਹੈ। ਹਾਂਜੀ, 1,20,000 ਰੁਪਏ ਦੀ ਫਸਲ ਹੋ ਜਾਂਦੀ ਹੈ। ਅੱਛਾ, ਤੇ ਫਿਰ ਮਿਹਨਤ ਇਹਦੇ ਉੱਤੇ ਕਿੰਨੀ ਕੁ ਆਉਂਦੀ ਹੈ ਇਸ ਫੁੱਲ ਨੂੰ ਜੇ ਉਗਾਉਣਾ? ਕਿੱਥੇ ਦੀ ਵੈਰਾਈਟੀ ਹੈ ਵੈਸੇ? ਹਾਂਜੀ, ਇਹ ਵੀ ਉਹ ਫੋਰਨ ਦੀ ਆ, ਨੀਦਰਲੈਂਡ ਦੀ, ਹਾਲੈਂਡ ਦੀ, ਇਹ ਉਹਨਾਂ ਕੰਟਰੀ ਦੇ ਵਿੱਚ ਹੀ ਜਾਂਦਾ, ਯੂਰਪ ਕੰਟਰੀ ਦੇ ਵਿੱਚ। ਅੱਛਾ ਅਮਨਦੀਪ ਜੀ, ਇੱਕ ਗੱਲ ਦੱਸਿਓ, ਹੁਣ ਬਾਹਰ ਦੇ ਜਿਹੜੇ ਮੌਸਮ ਹੈ, ਟੈਂਪਰੇਚਰ ਹੈ, ਉੱਥੇ ਦਾ ਵੈਦਰ ਹੈ, ਉਹ ਅਲੱਗ ਕਿਸਮ ਦਾ ਹੈ, ਤੇ ਪੰਜਾਬ ਦੇ ਵਿੱਚ ਜੇ ਗਰਮੀ ਹੈ ਤੇ ਪੂਰੀ ਗਰਮੀ ਪੈਂਦੀ ਹੈ, ਜੇ ਸਰਦੀ ਹੈ ਤੇ ਪੂਰੀ ਸਰਦੀ ਪੈਂਦੀ ਹੈ। ਫਿਰ ਉੱਥੇ ਦੇ ਟੈਂਪਰੇਚਰ ਜਾਂ ਮੌਸਮ ਦੇ ਹਿਸਾਬ ਦੇ ਨਾਲ ਇੱਥੇ ਉਗਾਉਣ ਦੇ ਵਿੱਚ ਕੋਈ, ਇਹਨੂੰ ਬੀਜਣ ਦੇ ਵਿੱਚ, ਇਹਦੀ ਖੇਤੀਬਾੜੀ ਕਰਨ ਦੇ ਵਿੱਚ ਦਿੱਕਤ ਆਉਂਦੀ ਨਹੀਂ ਕੋਈ? ਸਰ, ਇਹ ਨਾ ਇਸ ਤਰ੍ਹਾਂ ਹੈਗੀ ਆ ਵੀ ਇਹਨੂੰ ਸਰਦੀ ਦੇ ਵਿੱਚ ਹੀ ਉਗਾਇਆ ਜਾਂਦਾ। ਜਿਸ ਤਰ੍ਹਾਂ ਕਣਕ ਵੀ ਸਰਦੀ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਹੁੰਦੀ ਆ, ਇਸ ਤਰ੍ਹਾਂ ਹੀ ਇਹ ਸਰਦੀ ਦੇ ਮੌਸਮ ਦੇ ਵਿੱਚ ਹੀ ਇਹਨੂੰ ਬੀਜਿਆ ਜਾਂਦਾ ਜੀ। ਅੱਛਾ ਜੀ। ਹਾਂਜੀ, ਜੇ ਤੁਸੀਂ ਆਖੋ ਵੀ ਗਰਮੀ ਦੇ ਵਿੱਚ, ਨਹੀਂ, ਇਹ ਗਰਮੀ ਦੇ ਵਿੱਚ ਨਹੀਂ, ਇਹ ਸੰਭਵ ਨਹੀਂ ਇਹ। ਅੱਛਾ, ਸਰਕਾਰ ਵੱਲੋਂ ਕਦੀ ਕੋਈ ਸਬਸਿਡੀ? ਕਿਉਂਕਿ ਇਹ ਤਾਂ ਬੜੀ ਤੁਸੀਂ ਨਿਵੇਕਲੇ ਢੰਗ ਦਾ ਫੁੱਲ ਬੀਜ ਕੇ ਫੁੱਲ ਵੇਚਦੇ ਤਾਂ ਬਹੁਤ ਕਿਸਾਨ ਦੇਖੇ ਨੇ ਆਪਾਂ, ਪਰ ਫੁੱਲਾਂ ਦੇ ਬੀਜ ਤਿਆਰ ਕਰਕੇ ਅੱਗੇ ਵੇਚਣੇ, ਉਹ ਇੱਕ ਅਲੱਗ ਕਿਸਮ ਦੀ ਖੇਤੀ ਹੋ ਗਈ। ਤਾਂ ਸਰਕਾਰ ਦੇ ਵੱਲੋਂ ਕਦੀ ਇਨੀਸ਼ੀਏਟਿਵ, ਕਦੀ ਖੇਤੀਬਾੜੀ ਵਿਭਾਗ ਤੁਹਾਡੇ ਕੋਲ ਆਇਆ ਕਦੀ ਇਸ ਚੀਜ਼ ਦੇ ਬਾਰੇ ਗੱਲਬਾਤ ਕਰਨ ਲਈ? ਨਹੀਂ, ਸਾਡੇ ਕੋਲੇ ਕੋਈ ਨਹੀਂ ਆਇਆ ਜੀ। ਤੇ ਇਹ ਤਾਂ ਸਾਡਾ ਆਪ ਦਾ ਗਰੁੱਪ ਦਾ ਹੀ ਉਪਰਾਲਾ ਸੀਗਾ ਵੀ ਅਸੀਂ ਨਵਾਂ ਜਿਹਾ ਕੁਝ ਕਰਕੇ ਦਿਖਾਈਏ। ਉਹਦੇ 'ਚ ਅਸੀਂ ਸਕਸੈਸ ਵੀ ਹਾਂ, ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ, ਕਿਉਂਕਿ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ, ਇਹ ਗਰੁੱਪ ਨਾ ਹੋ ਕੇ ਵੀ ਇੱਕ ਪਰਿਵਾਰ ਆ। ਕਿਸੇ ਨਾ ਵੀ ਕੋਈ ਮਤਲਬ ਤੁਸੀਂ ਕਹਿ ਸਕਦੇ ਆ ਵੀ ਕਿਤੇ ਕੋਈ ਲੜਾਈ ਝਗੜਾ ਨਹੀਂ, ਸਾਰਾ ਆਪਦਾ ਜਿਹਨੂੰ ਕੰਮ ਜਿਵੇਂ ਸੌਂਪਿਆ ਉਹ ਤਰਤੀਬਵਾਰ ਉਵੇਂ ਚੱਲੀ ਜਾਂਦਾ, ਉਹ ਕਰਦੇ ਆ। ਇਹ ਨਹੀਂ ਹੈਗਾ ਵੀ ਕੋਈ ਟਾਲਾ ਵੱਟ ਜੂਗਾ। ਅੱਛਾ, ਹੋਰ ਵੈਰਾਈਟੀਜ਼ ਸਭ ਆਪਦੀ ਜ਼ਿੰਮੇਵਾਰੀ ਸਮਝਦਾ। ਜ਼ਿੰਮੇਵਾਰੀ ਸਮਝਣ ਦੇ ਨਾਲ ਤੁਸੀਂ ਆ ਦੇਖ ਹੀ ਰਹੋ, ਤਾਂ ਨਤੀਜਾ ਆਹ ਨਿਕਲਿਆ ਜੀ। ਦੋਸਤਾਂ ਦੀ ਦੋਸਤੀ ਵੀ ਕਾਮਯਾਬ ਹੋ ਗਈ ਤੇ ਬਿਜ਼ਨਸ ਵੀ ਕਾਮਯਾਬ ਹੋ ਗਿਆ। ਬਿਜ਼ਨਸ ਵੀ ਕਾਮਯਾਬ ਹੋ ਗਿਆ ਜੀ। ਅੱਛਾ ਅਮਨਦੀਪ ਜੀ, ਹੋਰ ਤੁਹਾਡੇ ਕੋਲ ਵੀ ਵੈਰਾਈਟੀਜ਼ ਹੈਗੀਆਂ, ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਬਾਰੇ ਵੀ ਜਾਣਕਾਰੀ ਲਈਏ, ਉਹ ਵੀ ਦੇਖਦੇ ਹਾਂ। ਤਾਂ ਆਪਾਂ ਸਾਨੂੰ ਉਸ ਖੇਤ ਦੇ ਵੱਲ ਵੀ ਤੁਸੀਂ ਲੈ ਕੇ ਚੱਲੋ ਤੇ ਉਹਨਾਂ ਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੇ ਦਿਓ। ਹਾਂਜੀ ਹਾਂਜੀ, ਉੱਥੇ ਨਮੇਸ਼ੀਆ ਲੱਗਿਆ ਵਾ ਜੀ। ਤੁਸੀਂ ਹੁਣ ਚੱਲਦੇ ਹਾਂ, ਇੱਕ ਵਾਰ ਦਰਸ਼ਕਾਂ ਨੂੰ, ਅਮਨਦੀਪ ਜੀ ਮਾਫ ਕਰਨਾ ਰੋਕਿਆ ਤੁਹਾਨੂੰ, ਵੀ ਆਪਾਂ ਚੱਲਦੇ ਹਾਂ ਉਸ ਖੇਤ ਦੇ ਵਿੱਚ ਜਿੱਥੇ ਇੱਕ ਹੋਰ ਵੈਰਾਈਟੀ ਬੀਜੀ ਹੋਈ ਹੈ, ਉਹਦੀ ਖੇਤੀ ਕਿਵੇਂ ਹੁੰਦੀ ਹੈ, ਕਿੰਨਾ ਮੁਨਾਫਾ ਹੁੰਦਾ, ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦਿਆਂਗੇ। ਤਾਂ ਉਹ ਫਿਰ ਚੱਲਦੇ ਹਾਂ ਇੱਕ ਹੋਰ ਖੇਤ ਦੇ ਵਿੱਚ।
ਇਹ ਗੁਲਦਸਤੇ ਨੁਮਾ ਫੁੱਲ ਹੈ, ਬਹੁਤ ਖੂਬਸੂਰਤ ਹੈ ਦੇਖਣ ਦੇ ਵਿੱਚ। ਇਹਦੇ ਤੋਂ ਵੀ ਵੱਡਾ ਮੁਨਾਫਾ ਮਿਲਦਾ ਹੈ। ਅਮਨਦੀਪ ਜੀ ਤੋਂ ਜਾਣਦੇ ਹਾਂ। ਅਮਨਦੀਪ ਜੀ, ਇਹ ਕਿਹੜਾ ਫੁੱਲ ਹੈ, ਵੈਰਾਈਟੀ ਕਿੱਥੇ ਦੀ ਹੈ? ਫਿਰ ਉਹੀ ਸਵਾਲ ਹੈ ਵੀ ਕਾਸ਼ਤ ਤੇ ਫਾਇਦਾ ਕਿੰਨਾ? ਹਾਂਜੀ, ਕਾਸਟ ਤਾਂ ਉਵੇਂ ਹੀ ਆ ਜੀ, ਜਿਵੇਂ ਤੁਹਾਨੂੰ ਅੱਗੇ ਦੱਸਿਆ ਸੇਮ ਹੀ ਆ। ਇਹਨੂੰ ਨਮੇਸ਼ੀਆ ਕਹਿੰਦੇ ਜੀ। ਅੱਛਾ ਜੀ। ਨਮੇਸ਼ੀਆ ਇਸ ਤਰ੍ਹਾਂ ਹੈਗਾ ਵੀ ਇਹਨੂੰ ਕੁਆਂਟਲ ਇਹ ਨਿਕਲੇ ਹੁੰਦਾ ਕਿੱਲੇ ਦਾ ਜੀ, ਤੇ ਰੇਟ ਇਹਦਾ 1350 ਰੁਪਏ ਕਿਲੋ ਦਾ ਜੀ। ਅੱਛਾ, ਇਹ ਤਾਂ ਫਿਰ ਸਿੱਧੋ ਸਿੱਧ ਲਗਭਗ 1,30,35,000 1,30,35,000 ਰੁਪਏ ਦਾ ਨਿਕਲੇ ਆਉਂਦਾ 6 ਮਹੀਨੇ ਦੇ ਵਿੱਚ। ਹਾਂਜੀ, ਜਦੋਂ ਇੱਥੋਂ ਦੀ ਰੋਡ ਦੇ ਉੱਪਰੋਂ ਦੀ ਗੱਡੀਆਂ, ਕਾਰਾਂ, ਮੋਟਰਾਂ ਲੰਘਦੇ ਮੋਟਰਸਾਈਕਲ ਵਾਲੇ, ਉੱਥੋਂ ਇਹ ਮਤਲਬ ਦੇਖਦੇ ਆ ਜਦੋਂ ਉਹ ਰੋਡ, ਉਹ ਸਾਹਮਣੇ ਰੋਡ ਚੱਲਦਾ ਜੀ, ਇੱਥੇ ਫੋਟੋ ਕਰਾਉਣ ਆਉਂਦੇ ਆ। ਹਰੇਕ ਦਾ ਇੱਥੇ ਆ ਕੇ ਦਿਲ ਖੁਸ਼ ਹੋ ਜਾਂਦਾ। ਇਹ ਬੁੱਕੇ ਟਾਈਪ ਆ ਜੀ। ਫਰਜ਼ ਕਰ ਲਓ ਤੁਸੀਂ ਕਿਸੇ ਨੂੰ ਬੁੱਕਾ ਵੀ ਦੇਣਾ ਤੇ ਤੁਸੀਂ ਇੱਕ ਬੂਟਾ ਪੱਟ ਸਕਦੇ ਹੋ, ਪੱਟ ਕੇ ਦੇ ਵੀ ਸਕਦੇ ਹੋ, ਪਰ ਅਸੀਂ ਦੇ ਨਹੀਂ ਸਕਦੇ ਕਿਉਂਕਿ ਸਾਡਾ ਕੰਟਰੈਕਟ ਆ। ਅਸੀਂ ਲਾਲਚ ਨਹੀਂ ਕਰਨਾ, ਕਿਉਂਕਿ ਜਿਹੜਾ ਬੀਜ ਇੱਥੋਂ ਤਿਆਰ ਹੋਣਾ ਅਸੀਂ ਉਹ ਕੰਪਨੀ ਨੂੰ ਹੀ ਦੇਣਾ, ਨਾ ਕਿ ਅਸੀਂ ਕਿਸੇ ਨੂੰ ਬੁੱਕੇ ਬਣਾ ਕੇ ਦੇ ਦਈਏ। ਤੇ ਅਮਨਦੀਪ ਜੀ, ਇਹਦੇ ਵਿੱਚ ਜਿਵੇਂ ਇੱਕ ਚੀਜ਼ ਹੋਰ ਦੇਖ ਰਿਹਾ, ਬੂਟਾ ਇੱਕ ਹੈ, ਰੰਗ ਵੱਖਰੇ ਵੱਖਰੇ ਨੇ ਫੁੱਲਾਂ ਦੇ। ਇਹ ਅਲੱਗ-ਅਲੱਗ ਬੀਜ ਪਾਇਆ ਜਾਂ ਬੀਜ ਇੱਕੋ ਹੀ ਹੈ, ਕੁਦਰਤ ਦਾ ਕਰਿਸ਼ਮਾ ਹੀ ਹੈ? ਹਾਂਜੀ, ਇਹ ਬੀਜ ਇੱਕ ਹੀ ਹੈ ਜੀ, ਪਰ ਜਿਹੜੇ ਇਹਦੇ ਵਿੱਚੋਂ ਰੰਗ ਨਿਕਲੇ ਆ ਇਹ ਕੁਦਰਤ ਦਾ ਕਰਿਸ਼ਮਾ ਜੀ। ਤੁਸੀਂ ਦੇਖ ਸਕਦੇ ਹੋ ਇੱਕ ਪੌਦੇ ਦੇ ਵਿੱਚੋਂ ਕਿੰਨੇ ਤਰ੍ਹਾਂ ਦੇ, ਕਿੰਨੀਆਂ ਵੈਰਾਈਟੀਆਂ ਦੇ ਵਿੱਚੋਂ ਨਿਕਲੀਆਂ। ਦੇਖੋ ਫੁੱਲਾਂ ਦੇ, ਦੇਖੋ ਰੰਗ ਦੇਖੋ ਕਿੰਨੇ ਆ। ਯੈਲੋ ਕਲਰ ਆ, ਪਿੰਕ ਆ, ਵਾਈਟ ਆ, ਔਰੇਂਜ ਆ ਤੇ ਪਰਪਲ ਕਲਰ ਆ ਜੀ। ਬਹੁਤ ਦੇਖਣ ਦੇ ਵਿੱਚ ਵੀ ਬਹੁਤ ਖੂਬਸੂਰਤ ਹੈ, ਦੇਖਣ ਨੂੰ ਸਕੂਨ ਮਿਲਦਾ ਹੈ ਤੇ ਮਨ ਨੂੰ ਖੁਸ਼ੀ ਵੀ ਮਿਲਦੀ ਹੈ। ਔਰ ਵੱਡੀ ਗੱਲ ਹੈ ਕਿ ਮੁਨਾਫਾ ਅੱਜ ਕਿਸਾਨ ਭਰਾ ਇਹਨਾਂ ਫੁੱਲਾਂ ਦੀ ਖੂਬਸੂਰਤੀ ਦੇ ਨਾਲ, ਇਸ ਦੇ ਬੀਜ ਦੇ ਨਾਲ ਕਮਾ ਰਹੇ ਨੇ। ਅੱਛਾ, ਇੱਕ ਗੱਲ ਹੋਰ ਤੁਸੀਂ ਦੱਸ ਰਹੇ ਸੀਗੇ ਵੀ ਮਧੂ ਮੱਖੀਆਂ ਵੀ ਬਹੁਤ ਆਪਾਂ ਧੰਦਾ ਕਰ ਸਕਦੇ ਜੋ ਫੁੱਲਾਂ ਦੇ ਨਾਲ ਬਹੁਤ ਅਟੈਚ ਹੈ ਇਹਨਾਂ ਦੇ ਨਾਲ। ਹਾਂਜੀ ਬਿਲਕੁਲ, ਜੇ ਤੁਸੀਂ ਮਤਲਬ ਹੋਰ ਆਪਣਾ ਕੋਈ ਜਿਸ ਤਰ੍ਹਾਂ ਮਧੂ ਮੱਖੀ ਪਾਲਣਾ ਹੈ, ਤੁਸੀਂ 20 ਬਕਸੇ ਤੁਸੀਂ ਰੱਖ ਸਕਦੇ ਹੋ। ਨਾਲੇ ਤੁਸੀਂ ਉਧਰੋਂ ਮੁਨਾਫਾ ਲਓਗੇ ਸ਼ਹਿਦ ਵੇਚ ਕੇ, ਨਾਲੇ ਜਿਹੜੇ ਇਹ ਫੁੱਲ ਹੈਗੇ ਆ ਇਹਨਾਂ ਵਾਸਤੇ ਵੀ ਮੱਖੀਆਂ ਦਾ ਹੋਣਾ ਬਹੁਤ ਜ਼ਰੂਰੀ ਆ। ਅੱਛਾ। ਹਾਂਜੀ, ਕਿਉਂਕਿ ਪਰਾਗਣ ਹੁੰਦਾ ਇਹਦੇ ਨਾਲ, ਮਧੂ ਮੱਖੀਆਂ ਆਉਣਗੀਆਂ, ਬੀ ਬਹੁਤ ਜ਼ਿਆਦਾ ਤਿਆਰ ਹੋਊਗਾ। ਮਧੂ ਮੱਖੀਆਂ ਦਾ ਵੀ ਹੋਣਾ ਜ਼ਰੂਰੀ ਹੈ ਜੀ, ਇਹਦੇ ਆਉਣਾ ਜ਼ਰੂਰੀ ਹੈ। ਅੱਛਾ, ਜੇ ਮਧੂ ਮੱਖੀ ਇਹਦੇ ਉੱਤੇ ਬਹਿੰਦੀ ਹੈ ਤੇ ਝਾੜ ਦੇ ਵਿੱਚ ਫਰਕ ਪੈਂਦਾ? ਬਹੁਤ ਜ਼ਿਆਦਾ ਪੈਂਦਾ ਜੀ, ਬਹੁਤ ਜ਼ਿਆਦਾ। ਅੱਛਾ, ਹਾਂਜੀ। ਇਹ ਤਾਂ ਫਿਰ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਵਾਲੀ ਗੱਲ ਹੋ ਗਈ। ਮਧੂ ਮੱਖੀ ਪਾਲਣ ਦਾ ਕੰਮ ਵੀ ਚਲਾ ਸਕਦੇ ਹੋ ਤੇ ਫੁੱਲ ਤਾਂ ਚੱਲੀ ਜਾਣੇ ਨਾਲ ਦੀ ਨਾਲ। ਹਾਂਜੀ ਹਾਂਜੀ, ਜਿਸ ਤਰ੍ਹਾਂ ਸਾਡੇ ਕੋਲੇ 30-35 ਏਕੜ ਦੇ ਲਗਭਗ ਹੈਗੇ ਆ, ਤੁਸੀਂ 40 ਡੱਬੇ ਵੀ ਰੱਖ ਸਕਦੇ ਹੋ ਮਧੂ ਮੱਖੀਆਂ ਦੇ। ਤੁਸੀਂ ਉਹਦੇ ਤੋਂ ਹੋਰ ਮੁਨਾਫਾ ਲੈ ਸਕਦੇ ਹੋ ਸ਼ਹਿਦ ਵੇਚ ਕੇ, ਕਿਉਂਕਿ ਇਹ ਸਰਦੀ ਦੇ ਵਿੱਚ ਹੋਰਾਂ ਜਿਵੇਂ ਜਿਸ ਤਰ੍ਹਾਂ ਕਣਕ ਦੇ ਉੱਤੇ ਕੋਈ ਫੁੱਲ ਨਹੀਂ ਜਾਂ ਕੋਈ ਵੀ ਤੁਸੀਂ ਕੋਈ ਦਰਖਤ ਤੇ ਕੋਈ ਵੀ ਪੱਤੇ ਝੜ ਜਾਂਦੇ ਆ, ਫੁੱਲ ਰਹਿ ਜਾਂਦੇ ਆ, ਫੁੱਲਾਂ ਦੇ ਵਿੱਚੋਂ ਉਹ ਮਤਲਬ ਆਪਦਾ ਇਹ ਪਰਾਗਣ ਕਰਦੀਆਂ ਮੱਖੀਆਂ, ਮਧੂ ਮੱਖੀਆਂ, ਸ਼ਹਿਦ ਤਿਆਰ ਹੁੰਦਾ, ਸ਼ਹਿਦ ਤੋਂ ਤੁਸੀਂ ਮੁਨਾਫਾ ਹੋਰ ਲੈ ਸਕਦੇ ਹੋ। ਅੱਛਾ, ਮੈਨੂੰ ਲੱਗਦਾ ਅਮਨਦੀਪ ਜੀ ਇੱਕ ਵੈਰਾਈਟੀ ਰਹਿ ਗਈ ਹੋਰ, ਮੈਂ ਤਸਵੀਰਾਂ ਇੱਕ ਵਾਰੀ ਚਾਹੂੰਗਾ। ਇੱਕ ਆਖਰੀ ਵੈਰਾਈਟੀ ਹੈ ਇਹਨਾਂ ਦੇ ਕੋਲ, ਹਾਲਾਂਕਿ ਹੋਰ ਵੈਰਾਈਟੀਆਂ ਵੀ ਹੈਗੀਆਂ ਨੇ, ਦੂਰ ਨੇ, ਜਾਣ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ, ਪਰ ਆਪਾਂ ਇੱਕ ਵੈਰਾਈਟੀ ਜਿਹੜੀ ਇਸ ਖੇਤ ਦੇ ਵਿੱਚ ਹੀ ਹੈ, ਮੈਂ ਤਸਵੀਰਾਂ ਦੇ ਵਿੱਚ ਚਾਹੂੰਗਾ ਇੱਕ ਵਾਰੀ ਮੇਰੇ ਕੈਮਰਾਮੈਨ ਜ਼ਰੂਰ ਦਿਖਾਉਣ ਔਰ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਂਦੇ ਹਾਂ, ਕਿਉਂਕਿ ਇਹ ਵੀ ਬਹੁਤ ਸੋਹਣਾ ਖੂਬਸੂਰਤ ਫੁੱਲ ਹੈ। ਇਹਦੀ ਤੁੜਾਈ ਵੀ ਹੁਣ ਚੱਲ ਰਹੀ ਹੈ। ਬਾਈ ਜੀ, ਇਹ ਕਿਹੜਾ ਫੁੱਲ ਹੈ ਔਰ ਕਿੰਨੀ ਦੇਰ 'ਚ ਤਿਆਰ ਹੁੰਦਾ ਹੈ, ਕਿਵੇਂ ਇਹਦਾ ਬੀਜ ਤਿਆਰ ਹੁੰਦਾ ਹੈ? ਇਹ ਐਸ਼ਲੈਂਡ ਪੌਪੀ ਹੈ ਜੀ। ਇਹ 6 ਮਹੀਨਿਆਂ 'ਚ ਇਹ ਤਿਆਰ ਹੋ ਜਾਂਦਾ ਜੀ, ਕਣਕ ਦੇ ਨਾਲ ਹੀ। ਤਾਂ ਇਹਦਾ ਪ੍ਰਤੀ ਏਕੜ ਜੀ 1 ਕਿਲੋ ਬੀਜ ਪਾਇਆ ਜਾਂਦਾ ਜੀ। ਅੱਛਾ, 1 ਕਿਲੋ ਬੀਜ ਪਾਉਂਦੇ ਹੋ ਤੇ ਮੁਨਾਫਾ ਜੀ ਇਹਦਾ ਲਗਭਗ 1000 ਰੁਪਿਆ ਪ੍ਰਤੀ ਕਿਲੋ ਦਾ ਹੈਗਾ ਜੀ। ਤੇ ਕਿੱਲੇ 'ਚ ਕਿੰਨਾ ਨਿਕਲਦਾ ਫਿਰ? ਇਹ ਨਿਕਲ ਆਉਂਦਾ ਜੀ 1 ਕੁਆਂਟਲ ਤੋਂ 1.25 ਕੁਆਂਟਲ ਤੱਕ ਨਿਕਲ ਆਉਂਦਾ ਜੀ। ਅੱਛਾ, ਮਤਲਬ ਲਗਭਗ ਇਹ ਵੀ 1,25,30,000 ਦੇ ਗੇੜ ਦੇ ਵਿੱਚ ਤੁਹਾਨੂੰ ਮੁਨਾਫਾ 6 ਮਹੀਨੇ ਦੇ ਵਿੱਚ ਦੇ ਜਾਂਦਾ ਜੀ। ਬਿਲਕੁਲ ਦੇ ਜਾਂਦਾ ਜੀ। ਅੱਛਾ, ਇਹ ਖੂਬਸੂਰਤੀ ਵੀ ਹੈ, ਕੁਦਰਤ ਦਾ ਆਨੰਦ ਵੀ ਤੁਸੀਂ ਵੀ ਮਾਣਦੇ ਹੋ, ਲੋਕ ਵੀ ਆਨੰਦ ਮਾਣਦੇ ਹੋਣਗੇ। ਸੰਤੁਸ਼ਟ ਹੋ ਇਸ ਪੂਰੇ ਖੇਤੀਬਾੜੀ ਦੇ ਨਾਲ, ਇਸ ਧੰਦੇ ਨੂੰ ਅਪਣਾ ਕੇ? ਬਿਲਕੁਲ ਸੰਤੁਸ਼ਟ ਹਾਂ ਜੀ। ਅਸੀਂ ਲਗਭਗ ਆਪਦਾ ਜਿਹੜਾ ਪੂਰਾ ਦਿਨ ਆ ਇੱਥੇ ਗੁਜ਼ਾਰਦੇ ਹਾਂ ਜੀ, ਲੇਬਰ ਦੇ ਨਾਲ ਵੀ ਕੰਮ ਕਰਕੇ ਫਿਰ ਵੀ ਸੰਤੁਸ਼ਟੀ ਮਿਲਦੀ ਹੈ ਜੀ। ਐਂ ਨਹੀਂ ਗਾ ਵੀ ਖੇਤ ਨੂੰ ਕਈ ਵਾਰ ਕੀ ਕਹਿੰਦਾ ਜੀ ਵੀ ਖੇਤ ਗੇੜਾ ਮਾਰਨਾ, ਵੀ ਨਹੀਂ ਜਾਣਾ ਨਾ, ਸਵੇਰੇ ਉੱਠਣ ਸਾਰ ਮਹਿਸੂਸ ਹੁੰਦਾ ਵੀ ਚਲੋ ਖੇਤ ਚੱਲੀਏ, ਫੁੱਲ ਉਡੀਕਦੇ ਆ ਜੀ। ਅੱਛਾ, ਫਿਰ ਇਹਦੀ ਜਿਹੜੀ ਵਿਕਰੀ ਹੈ ਉਹ ਤੁਹਾਡੇ ਕੋਲ ਵਪਾਰੀ ਆਪ ਆ ਜਾਂਦੇ ਨੇ, ਜਿੱਦਾਂ ਤੁਸੀਂ ਜਿਹੜੀ ਕੰਪਨੀ ਨਾਲ ਕਿਹਾ ਉਹ ਆਪ ਆ ਕੇ ਲੈ ਜਾਂਦੇ ਨੇ, ਜਾਣਾ ਪੈਂਦਾ ਤੁਹਾਨੂੰ? ਜਿਹੜੀ ਸਾਡੀ ਕੰਪਨੀ ਨਾਲ ਕੰਟਰੈਕਟ ਹੈ ਜੀ, ਉਹਨਾਂ ਨੇ ਇੱਥੋਂ ਆ ਕੇ ਬੀਜ ਇੱਥੋਂ ਲੈ ਕੇ ਜਾਣਾਗੇ ਸਭ। ਅੱਛਾ, ਉਹਨਾਂ ਨੇ ਆਪਣੇ ਥੈਲੇ ਦਿੱਤੇ ਜੀ, ਜੋ ਥੈਲਿਆਂ 'ਚ ਪੈਕ ਕਰਤਾ ਜੀ, ਅਸੀਂ ਫੋਨ ਲਗਾਵਾਂਗੇ, ਉਹਨਾਂ ਦੀ ਗੱਡੀ ਆਊਗੀ ਜੀ, ਉਹ ਇੱਥੋਂ ਵਜਨ ਕਰਕੇ ਲੈ ਕੇ ਜਾਊਗੀ ਜੀ।
ਤਾਂ ਕੋਈ ਕਿਸਾਨ ਵੀਰ ਭਰਾਵਾਂ ਨੂੰ ਕੋਈ ਸੁਣਿਆ ਮੈਸੇਜ ਦੇਣਾ ਚਾਹੁੰਦੇ ਹੋ ਵੀ ਜਿਸ ਤਰੀਕੇ ਦੀ ਖੇਤੀ ਤੁਸੀਂ ਅਪਣਾਈਏ ਅੱਜ ਵੱਡੇ ਫਾਇਦੇ ਦੇ ਵਿੱਚ ਉਹ ਲਾਹੇਵੰਦ ਹੈ, ਤੁਹਾਨੂੰ ਇਹ ਧੰਦਾ ਲੱਗਾ, ਤਾਂ ਕਿਸਾਨ ਭਰਾਵਾਂ ਨੂੰ ਕੋਈ ਸੁਨੇਹਾ ਕੋਈ ਦੇਣਾ ਚਾਹੁੰਦੇ ਹੋ ਇਸ ਖੇਤੀ ਨਾਲ ਜੁੜਨ ਦੇ ਲਈ? ਬਿਲਕੁਲ ਜੀ, ਅਸੀਂ 2018 ਤੋਂ ਸ਼ੁਰੂ ਕਰੀ ਸੀਗੀ ਜੀ। ਅਸੀਂ ਲਗਭਗ 1.5 ਕਿੱਲੇ ਤੋਂ ਸ਼ੁਰੂ ਕਰੀ ਸੀ, ਤਾਂ ਅੱਜ ਅਸੀਂ ਜੇ 31-32 ਕਿੱਲੇ ਲਾਏ ਆ ਜੀ। ਜੇ ਸਾਨੂੰ ਮੁਨਾਫਾ ਹੋਇਆ, ਦਿਲ ਨੂੰ ਸਕੂਨ ਪਹੁੰਚਿਆ, ਤਾਂ ਅਸੀਂ ਤਾਂ ਹੀ ਵਧਾਇਆ ਗਾ ਜੀ। ਅਸੀਂ ਚਾਹੁੰਦੇ ਹਾਂ ਵੀ ਕਿਸਾਨ ਭਰਾ ਹਰੇਕ ਇਸ ਤਰ੍ਹਾਂ ਖੇਤੀ 'ਚ ਤਬਦੀਲੀ ਲਿਆ ਕੇ ਵੱਧ ਤੋਂ ਵੱਧ ਮੁਨਾਫਾ ਖੱਟਣ ਜੀ, ਕਿਉਂਕਿ ਕਣਕ ਤੇ ਝੋਨਾ ਜੋ ਵੀ ਹੈ ਜੀ ਉਹਦੇ ਨਾਲ ਉਹ ਦੁੱਗਣਾ ਤਿੱਗਣਾ ਕਰ ਜਾਂਦੇ ਜੀ। ਗੱਲਬਾਤ ਕਰਨ ਲਈ ਅਮਨਦੀਪ ਜੀ ਤੁਹਾਡਾ ਧੰਨਵਾਦ, ਤੁਹਾਡਾ ਵੀ ਸਾਰੇ ਇਸ ਗਰੁੱਪ ਦਾ ਸਾਰੇ ਵੀਰਾਂ ਦਾ ਧੰਨਵਾਦ। ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਫੁੱਲ ਖਿੜੇ ਹੋਏ ਨੇ, ਖੁਸ਼ੀਆਂ ਦੇ ਰਹੇ ਨੇ, ਤਾਂ ਇਸੇ ਤਰ੍ਹਾਂ ਇਹਨਾਂ ਦੀ ਯਾਰੀ ਜਿਹੜੀ ਹੈ ਉਹ ਵੀ ਖਿੜੀ ਰਵੇ ਔਰ ਇਹ ਹਮੇਸ਼ਾ ਇਹਨਾਂ ਦੀ ਯਾਰੀ ਦਾ ਗੁਲਦਸਤਾ ਬਣਿਆ ਰਵੇ, ਫੁੱਲਾਂ ਦੇ ਵਾਂਗ ਖਿੜੇ ਰਹਿਣ, ਮਹਿਕੇ ਰਹਿਣ ਔਰ ਇੱਕ ਦੂਸਰੇ ਦੇ ਨਾਲ ਸਹਿਯੋਗ ਦੇ ਕੇ ਖੇਤੀਬਾੜੀ ਨੂੰ ਇੱਕ ਨਵਾਂ ਰੂਪ ਦੇ ਕੇ ਉਸ ਤੋਂ ਲਾਹਾ ਲੈਂਦੇ ਰਹਿਣ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਪਿੰਡ ਬਲਾਸਪੁਰ, ਜ਼ਿਲ੍ਹਾ ਮੋਗਾ।